इन्हां नूं बाहर लैके रस्से पा के खिंच के लियाए आ, ठुड्डे भी मारे ने। जिथे हुण अकाल तख्त दे 2 निशान साहब ने ਉਹਦੇ ਸਾਹਮਣੇ ਉਰੇ ਆਣ ਕੇ ਨੁੱਕਰ ਜਾਏ ਤੇ ਜਿੱਥੇ ਡਸਟਬਿਨ ਜਿਹਾ ਰੱਖਿਆ ਉਹਦੇ ਲਾਗੇ ਉੱਥੇ ਪਈ ਇਹਨਾਂ ਦੀ ਬੋਡੀ। ਬਦਸਲੂਕੀ ਕੀਤੀ ਆ, ਕੋਈ ਥੋੜ੍ਹੀ ਜਿਹੀ ਨਹੀਂ ਕੀਤੀ। ਜਦੋਂ ਦਰਬਾਰ ਸਾਹਿਬ ਖੁੱਲ੍ਹਦਾ ਮਾਤਾ ਜੀ ਕੀ ਅਵਿਨਾਸ਼ੀ ਸਿੰਘ ਕੋਲ ਗਏ ਨੇ, ਉਹਨੇ ਆਖਿਆ ਇਹ ਬੇਟਾ ਇੱਦਾਂ ਇੱਦਾਂ ਤੂੰ ਆਪਣੀ ਸ਼ਬੀਕ ਦੀ ਡੈਡ ਬੋਡੀ ਪਛਾਣੀ ਹੈ? ਆਂਦਾ ਆਹੋ ਮਾਤਾ ਜੀ ਪਛਾਣੀ ਆ। ਆਂਦੇ ਕਿੱਡੇ ਸੀ? ਆਂਦਾ 6 ਫੁੱਟ। ਉਹਨੇ ਆਖਿਆ ਨਹੀਂ ਬੇਟਾ ਇਹ 6 ਫੁੱਟ ਤੇ ਨਹੀਂ। ਆਂਦਾ ਉਹ ਜਦੋਂ ਨਾ ਫਿਰ ਉਹਨਾਂ ਨੂੰ ਧੌਣ ਨੂੰ ਰੱਸਾ ਪਾ ਕੇ ਖਿੱਚਿਆ ਨਾ ਫਿਰ ਉਹ ਵੱਧ ਗਏ ਹੋਣੇ ਆ। ਇਹ ਉਹਦੀ ਵਰਡਿੰਗ ਸੀ। ਉਹਨੇ ਆਖਿਆ ਪੁੱਤ ਤਾਂ ਨੂੰ ਮੂੰਹ ਕਰ, ਮੈਂ ਜੰਮਿਆ ਤੂੰ ਨਹੀਂ ਕਿਹਾ ਜੰਮਿਆ। ਤੂੰ ਕਹਿਣਾ ਇਹਨੂੰ ਟੋਟੇ ਕਰਕੇ ਕੁੱਤੇ ਅੱਗੇ ਪਾ ਦਿੱਤਾ। ਇਹਨੇ ਗੋਡਿਆਂ ਸਿਰ ਲੈ ਕੇ ਬੈਠਾ ਰਿਹਾ ਹੈ। ਇਹ ਇਹਨਾਂ ਦੀ ਕਰਤੂਤ ਆ। ਤੁਸੀਂ ਕਿੱਦਾਂ ਕੌਣ ਕਿੱਦਾਂ ਨਾ ਮੈਨੂੰ ਇਹਨਾਂ ਨੇ ਕਰਵਾਈ ਹੈ? ਹੱਥ ਖੜੇ ਕਰਕੇ ਬਾਹਰ ਨਿਕਲਿਆ, ਸਭ ਕੁਛ ਹੋਇਆ ਇਹਨਾਂ ਨੇ ਕਰਵਾਇਆ ਤੇ ਸਭ ਕੁਛ ਹੋਇਆ। ਤੇ ਇਹਨਾਂ ਦੀ ਵਰਡਿੰਗ ਬੋਲਣਾ, ਇਹਨਾਂ ਬਦਤਮੀਜ਼ੀ ਨਾਲ ਬੋਲਣਾ, ਇਹ ਸਭ ਕੁਛ ਦੱਸਦੀ ਹੈ ਇਹਨਾਂ ਦੇ ਹੱਥੀਂ ਹੋਇਆ ਸਭ ਕੁਛ। ਤਾਂ ਦਾ ਦਿਲ ਬੜਾ ਉਹ ਹੁੰਦਾ। ਕਦੇ ਹੰਝੂ ਨਹੀਂ ਘੇਰਿਆ ਉਹਨਾਂ ਨੇ? ਰੱਬ ਕਰੋ ਜੀ, ਨਹੀਂ ਕਦੇ ਯਾਦ ਨਹੀਂ? ਇੱਕ ਕਦੇ ਯਾਦ ਚ ਬੰਦਾ ਨਾ ਉਹਨਾਂ ਜ਼ਿਆਦਾ ਸਿਮਰਨ ਤੇ ਹੁੰਦਾ ਹੈਗਾ। ਮਹਾਰਾਜ ਦੇ ਅੱਗੇ ਅਰਦਾਸ ਕਰ ਲੈਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ। ਉਹਨੇ ਆਖਿਆ ਪਿਤਾ ਜੀ ਤੁਹਾਥੋਂ ਝੋਲੀ ਮੰਗ ਕੇ ਲਿਆ ਸੀ ਤੇ ਤੁਹਾਡੀ ਚੀਜ਼ ਤੁਹਾਨੂੰ ਦਿੱਤੀ ਆ। ਮੈਨੂੰ ਇਹ 'ਚ ਕੋਈ ਹੈ ਨਹੀਂ ਗਾ। ਇਹ ਮੈਂ ਬਹੁਤ ਕਰਮਾਂ ਵਾਲੀ ਹਾਂ ਜਿਹੜੇ ਇਹਨੇ ਸ਼ਹੀਦੀ ਇੱਥੇ ਤੁਹਾਡੇ ਚਰਨਾਂ 'ਚ ਪਾਈ। ਸੋਹਣੀ ਸ਼ਹੀਦੀ ਪਾਈ ਆ, ਗੁਰੂ ਰਾਮਦਾਸ ਦੇ ਚਰਨਾਂ 'ਚ ਪਾਈ ਆ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਸ਼ਹੀਦੀ ਪਾਈ। ਇਹਨੂੰ ਵਧੀਆ ਹੋਰ ਕੀ ਹੋ ਸਕਦਾ? ਜਰਨੈਲ ਉਹ ਕਿਤੇ ਮਾਰਿਆ ਜਾ ਸਕਦਾ ਸੀ। ਲੈਫਟੀਨੈਂਟ ਹੁੰਦਿਆਂ ਲੜਾਈ ਲੜੀ, ਕੈਪਟਨ ਕਰਨਲ ਬ੍ਰਿਗੇਡੀਅਰ ਬਣੇ, ਜੋ ਕਿਸੇ ਵੇਲੇ ਵੀ ਗੋਲੀ ਲੱਗ ਸਕਦੀ। ਪਰ ਆ ਇੱਜ਼ਤ ਮਾਨ ਸਨਮਾਨ ਥੋੜ੍ਹਾ ਮਿਲਣਾ ਹੈ। ਇਹ ਸਾਹਿਬ ਗੁਰੂ ਦੀ ਚਰਨੀ ਲੱਗਿਆ ਹੀ ਸਭ ਕੁਛ ਮਿਲਿਆ। ਚਾਹੇ ਸੰਤ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ, ਜਾਂ ਜਨਰਲ ਸ਼ਬੀਕ ਸਿੰਘ, ਜਾਂ ਉਹਨਾਂ ਦੇ ਸਾਥੀ। ਇਹ ਮੋਰਚੇ ਚੱਲੇ ਆ ਨਾ ਭਾਜੀ, ਉਦੋਂ ਕਹਿੰਦੇ ਨੇ ਸ਼ਬੀਕ ਤੂੰ ਰਾਜ ਭਾਗ ਭੋਗਿਆ, ਮੋਰਚੇ 'ਚ ਨਾ ਜਾ, 1 ਮਹੀਨਾ ਲੇਟ ਕਰ ਦੇ। ਕਿਉਂ? ਉੱਥੇ ਤੈਨੂੰ ਖਾਣਾ ਪੀਣਾ ਕਟੇਦੀਆਂ ਵਾਲਾ ਮਿਲਣਾ, ਤੂੰ ਥੱਲੇ ਸੌਂ, ਲੰਗਰ ਦਾ ਪ੍ਰਸ਼ਾਦਾ ਛਕ, ਉਹਦੇ 'ਚ ਆਪਣੇ ਪੈਸੇ ਪਾ ਦੇ। ਅੱਛਾ, ਥੱਲੇ ਸੌਂ ਤੇ ਆਪਣੀ ਰਹਿਣੀ ਬਹਿਣੀ ਬਦਲ ਤੇ ਫੇਰ ਜਾਵੀਂ ਮੋਰਚੇ ਤੇ। (1925) ਵਿੱਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਦੇ ਵਿੱਚ ਸੁਬੇਗ ਸਿੰਘ ਦਾ ਜਨਮ ਹੋਇਆ। ਸੁਬੇਗ ਸਿੰਘ ਦੇ ਪਰਿਵਾਰ ਕੋਲੇ 100 ਕਿੱਲੇ ਤੋਂ ਵੱਧ ਖੁੱਲੀ ਜ਼ਮੀਨ ਸੀ। ਪਰਿਵਾਰ ਦਾ ਪਿਛੋਕੜ ਹਰਮੰਦਰ ਸਾਹਿਬ ਵਿੱਚ ਵੇਸ਼ਵਾ ਨਚਾਉਣ ਵਾਲੇ ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲੇ ਭਾਈ ਮਹਿਤਾਬ ਸਿੰਘ ਮੀਰਾਕੋਟ ਦੇ ਨਾਲ ਵੀ ਜੁੜਦਾ ਹੈ। ਸੁਬੇਗ ਸਿੰਘ ਹਾਕੀ ਤੇ ਫੁੱਟਬਾਲ ਦੇ ਸ਼ਾਨਦਾਰ ਖਿਡਾਰੀ ਸਨ। 18 ਸਾਲ ਦੀ ਉਮਰ ਦੇ ਵਿੱਚ 100 ਮੀਟਰ ਦੌੜ ਦੀ ਇੰਡੀਆ ਦੇ ਰਿਕਾਰਡ ਦੀ ਉਹਨਾਂ ਨੇ ਬਰਾਬਰੀ ਵੀ ਕੀਤੀ ਸੀ। 1943 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਹਜ਼ਾਰਾਂ ਉਮੀਦਵਾਰਾਂ ਦੇ ਵਿੱਚੋਂ ਇਕੱਲੇ ਹੀ ਮਿਲਟਰੀ ਅਫਸਰ ਟ੍ਰੇਨਿੰਗ ਅਕੈਡਮੀ ਵਾਸਤੇ ਚੁਣੇ ਗਏ। 1945 ਦਾ ਦੂਜਾ ਵਿਸ਼ਵ ਯੁੱਧ ਬਹਾਦਰੀ ਦੇ ਨਾਲ ਲੜਿਆ। ਮੁੜ 1948 ਦੀ ਕਸ਼ਮੀਰ ਵਿੱਚ ਹੋਈ ਘੁਸਪੈਠ ਨੂੰ ਵੀ ਠੱਲ ਪਾਈ। 1962 ਵਿੱਚ ਚੀਨੀਆਂ ਦੇ ਨਾਲ ਜੰਗ ਹੋਈ ਜੋ ਤਨੋ ਮਨੋ ਹਿੱਕ ਢਾਹ ਕੇ ਲੜੀ। 1965 ਵਿੱਚ ਪਾਕਿਸਤਾਨ ਦੇ ਨਾਲ ਜੰਗ ਸ਼ੁਰੂ ਹੋਈ ਸੀ ਕਿ ਹਾਜੀ ਪੀਰ ਦੇ ਮੋਰਚੇ ਤੇ ਡਟੇ ਹੋਏ ਇਸ ਜਰਨੈਲ ਨੂੰ ਪਿੰਡੋਂ ਟੈਲੀਗ੍ਰਾਮ ਆਈ ਕਿ ਪਿਤਾ ਭਗਵਾਨ ਸਿੰਘ ਪੂਰੇ ਹੋ ਗਏ ਨੇ। ਸੁਬੇਗ ਸਿੰਘ ਨੂੰ ਛੁੱਟੀ ਆਸਾਨੀ ਨਾਲ ਮਿਲ ਸਕਦੀ ਸੀ, ਪਰ ਸੁਨੇਹੇ ਵਾਲਾ ਕਾਗਜ਼ ਚੁੱਪਚਾਪ ਜੇਬ ਦੇ ਵਿੱਚ ਪਾ ਲਿਆ ਤੇ ਮੋਰਚੇ ਤੇ ਡਟੇ ਰਹੇ। ਜੰਗ ਮੁੱਕੀ ਮਗਰੋਂ ਜਦੋਂ ਬਾਕੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਹੈਰਾਨ ਰਹਿ ਗਏ। ਜੰਗ ਮੁੱਕਣ ਤੋਂ ਬਾਅਦ ਮਾਤਾ ਸਰਦਾਰਨੀ ਪ੍ਰੀਤਮ ਕੌਰ ਨੂੰ ਹੌਸਲਾ ਦੇਣ ਪਿੰਡ ਪਹੁੰਚੇ। ਕਿਹਾ ਜਾਂਦਾ ਹੈ ਕਿ ਮਾਤਾ ਪ੍ਰੀਤਮ ਕੌਰ ਇੰਨੇ ਸਿਦਕ ਵਾਲੇ ਸੀ ਕਿ ਉਹਨਾਂ ਨੇ ਇੱਕ ਵਾਰ ਵੀ ਆਪਣੇ ਪੁੱਤ ਤੋਂ ਗਿਲਾ ਨਾ ਕੀਤਾ ਕਿ ਬਾਪ ਦੇ ਮੋਏ ਤੇ ਕਿਉਂ ਨਹੀਂ ਅਪੜੇ। ਸ਼ਾਇਦ ਢਿੱਡੋਂ ਜਨਮੇ ਦੇ ਸੁਭਾਅ ਤੇ ਫਿਤਰਤ ਤੋਂ ਚੰਗੀ ਤਰ੍ਹਾਂ ਵਾਕਿਫ ਸੀ। 1971 ਦੀ ਬੰਗਲਾਦੇਸ਼ ਦੀ ਲੜਾਈ ਵਿੱਚ ਬ੍ਰਿਗੇਡੀਅਰ ਰੈਂਕ ਤੱਕ ਦੇ ਅਫਸਰ ਹੁੰਦੇ ਹੋਏ ਸ਼ਾਹ ਬੇਗ ਨਾਮ ਦੇ ਇੱਕ ਮੁਸਲਮਾਨ ਨੌਜਵਾਨ ਵਜੋਂ ਵਿਚਰ ਕੇ ਮੁਕਤੀ ਵਾਹਿਨੀ ਨਾਮ ਦੀ ਗੁਰੀਲਾ ਫੌਜ ਖੜੀ ਕੀਤੀ। ਮੁੜ ਕੇ ਸਟੀਕ ਵਿਉਂਤਬੰਦੀ ਕਰਕੇ 1 ਲੱਖ ਦੇ ਕਰੀਬ ਪਾਕਿਸਤਾਨ ਫੌਜੀਆਂ ਕੋਲੋਂ ਹਥਿਆਰ ਸੁਟਵਾਏ। ਬਹੁਤ ਘੱਟ ਲੋਕ ਜਾਣਦੇ ਨੇ ਕਿ ਉਸ ਵੇਲੇ ਬ੍ਰਿਗੇਡੀਅਰ ਰੈਂਕ ਤੇ ਹੁੰਦੇ ਹੋਏ ਜਨਰਲ ਸੁਬੇਗ ਸਿੰਘ ਨੇ ਇਸ ਕਾਰਜ ਨੂੰ ਪੂਰਾ ਕਰਨ ਲਈ ਆਪਣੇ ਕੇਸ ਤੱਕ ਕਤਲ ਕਰਵਾ ਦਿੱਤੇ ਸੀ। ਅਤ ਵਿਸ਼ਿਸ਼ਟ ਸੇਵਾ ਮੈਡਲ, ਪਰਮ ਵਿਸ਼ਿਸ਼ਟ ਸੇਵਾ ਮੈਡਲ ਵਰਗੇ ਬਹੁਮੁੱਲੇ ਮੈਡਲਾਂ ਦੇ ਨਾਲ ਸਨਮਾਨਿਆ ਵੀ ਗਿਆ।
ਦੋਵੇਂ ਮੈਡਲ ਮੇਰੇ ਅਤੀ ਸੇਵਾ ਮੈਡਲ ਤੇ ਪਰਮ ਸੇਵਾ ਮੈਡਲ, ਉਹ ਤੋਂ ਮੈਂ ਦੇ ਮੇਜਰ ਜਨਰਲ ਬਣ ਗਿਆ। ਫਿਰ ਇਹਨਾਂ ਮੇਜਰ ਦੀ ਕਮਾਂਡ ਬਹੁਤ ਚੰਗੀ ਤਰ੍ਹਾਂ ਨਿਭਾਈ। ਇਹਨਾਂ ਦੇ ਆਖਰੀ ਜਦੋਂ ਫਿਰ ਇਹਨਾਂ ਦੀ ਸੀਨੀਅਰਟੀ ਬਣਦੀ ਸੀ ਆਪਣੀ ਲੈਫਟੀਨੈਂਟ ਜਨਰਲ ਦੀ ਜਾਂ ਚੀਫ ਆਫ ਆਰਮੀ ਸਟਾਫ ਦੀ, ਜੋ ਵੀ ਚੀਫ ਆਫ ਆਰਮੀ ਸਟਾਫ ਤੋਂ ਬਾਅਦ ਬਣਦਾ, ਇਹਨੇ ਤਰੱਕੀ ਰੋਕਣ ਲਈ ਇਹ ਸਾਰੇ ਸਾਜ਼ਿਸ਼ ਘੜ ਕੇ ਤੇ ਇਹਨਾਂ ਨੂੰ ਇੱਕ ਨਗੂਣੇ ਜਾਂ ਮੁਕੱਦਮੇ ਬਣਾ ਕੇ ਜਿਹੜੇ ਸ਼ੋਭਾ ਨਹੀਂ ਦਿੰਦੇ, ਕਹਿੰਦੇ ਸ਼ਰਮ ਆਉਂਦੀ ਆ। ਉਹਦੇ 'ਚ ਜਰਨੈਲ ਦੀ ਪੋਸਟ ਰਿਹਾ ਇੱਕ ਰਾਜੇ ਦੀ ਤਰ੍ਹਾਂ ਰਹਿਣ ਵਾਲਾ ਬੰਦੇ ਨੂੰ ਇੱਕ ਇਹੋ ਜਿਹੀਆਂ ਛੋਟੀਆਂ ਤੂਮਤਾਂ ਲਾ ਕੇ ਉਹਨੂੰ ਡਿਸਮਿਸ ਕੀਤਾ ਜਾਏ ਤਾਂ ਉਹ ਫਿਰ ਦਿਲ ਤੇ ਦੁਖਦਾ ਹੀ ਹੈ। ਇਸ ਮਗਰੋਂ ਮਿਲਟਰੀ ਸਾਇੰਸ ਤੇ ਆਪਰੇਸ਼ਨਲ ਟੈਕਟਿਕਸ ਦੇ ਮਾਹਰ ਇਸ ਅਫਸਰ ਨੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ। 1973 ਵਿੱਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕਿ ਫੌਜ ਉਸਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਕਰੇ, ਕਿਉਂਕਿ ਲੋਕਲ ਪੁਲਿਸ ਬਾਗੀ ਹੋ ਕੇ ਉਸ ਦਾ ਹੁਕਮ ਮੰਨਣ ਤੋਂ ਇਨਕਾਰੀ ਸੀ। ਸੁਬੇਗ ਸਿੰਘ ਨੇ ਕਹਿੰਦਿਆਂ ਸਾਫ਼ ਨਾ ਕਰ ਦਿੱਤੀ ਕਿ ਫੌਜ ਰਾਜਸੀ ਕੰਮਾਂ ਵਿੱਚ ਦਖਲ ਨਹੀਂ ਦੇ ਸਕਦੀ। ਰਿਟਾਇਰਮੈਂਟ ਨੂੰ ਅਜੇ ਥੋੜਾ ਸਮਾਂ ਹੀ ਸੀ ਕਿ ਇਸ ਬਹਾਦਰ ਅਫਸਰ ਨੂੰ ਕਰਪਸ਼ਨ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇਹਨਾਂ ਦੇ ਝੂਠਾ ਮੁਕੱਦਮਾ ਬਣਾਇਆ ਸੀ। ਇੱਕ ਜੀਪ ਸੀਗੀ ਕਿ ਟਰੱਕ ਸੀਗਾ ਕੋਈ ਲਿਆ, ਉਹ ਜਿਹੜੇ ਆਕਸ਼ਨ 'ਚ ਜਿਹੜਾ ਆਕਸ਼ਨ ਹੁੰਦੀ ਹੈ ਇਹਨਾਂ ਦੀ ਆਰਮੀ ਦੀ, ਉਹ ਇੱਕ ਕੋਈ ਕੰਟੀਨ ਦਾ ਕੋਈ ਬਣਾਤਾ, ਜਾਂ ਤੁਸੀਂ ਘਰ ਬਣਾ ਲਿਆ ਦੇਹਰਾਦੂਨ 'ਚ, ਇੰਨਾ ਪੈਸਾ ਆਇਆ ਉੱਥੋਂ, ਤੁਸੀਂ ਆਰਮੀ ਦਾ ਟਰੱਕਾਂ 'ਚ ਲੱਕੜ ਆਈ ਆ, ਟੀਕ ਟੋਕ ਲੱਗੀ ਆ। ਜਨਰਲ ਰਹਿਣਾ ਆਇਆ ਸੀ ਘਰ ਤੇ ਵੇਖ ਕੇ ਉਹ ਪਰੇਸ਼ਾਨ ਹੋ ਗਏ। ਉਹਨੇ ਕੋਈ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਲਾ ਕੇ, ਜਦੋਂ ਕਿ ਉਹ ਗੱਲ ਬਣਦੀ ਨਹੀਂ, ਇਨਕੁਆਇਰੀ ਵੀ ਸਾਰੇ ਨਿਕਲ ਗਿਆ, ਸਾਫ਼ ਹੋ ਗਿਆ, ਕੋਈ ਤੂਮਤ ਇਹਨਾਂ ਤੇ ਇਲਜ਼ਾਮ ਕੋਈ ਲੱਗਦਾ ਹੀ ਨਹੀਂ, ਬਣਦਾ ਹੀ ਨਹੀਂ ਸੀਗਾ। ਔਰ ਇਹਨਾਂ ਦੇ ਸਰਕਾਰੀ ਵਕੀਲ ਵੀ ਬੈਠੇ, ਮੁਕੱਦਮਾ ਵੀ ਜਿੱਤਿਆ, ਗਏ ਵੀ ਨਹੀਂ ਗਏ ਲੈਣ, ਪੈਨਸ਼ਨ ਵੀ ਨਹੀਂ ਲੈਣ ਗਏ, ਨਾ ਇਹ ਗਏ ਹੈ, ਮੁਕੱਦਮਾ ਵੀ ਇਹਨਾਂ ਜਿੱਤਿਆ, ਇਹਨਾਂ ਦੇ ਹੱਕ 'ਚ ਹੋਇਆ ਮੁਕੱਦਮਾ। ਉਦੋਂ ਸੰਤਾਂ ਦੇ ਨਾਲ ਹੀ ਸੀਗੇ। ਬਾਅਦ ਵਿੱਚ ਇਸ ਮਾਮਲੇ 'ਚੋਂ ਇਹ ਬਹਾਦਰ ਅਫਸਰ ਅਦਾਲਤ ਤੋਂ ਬਰੀ ਵੀ ਹੋਇਆ। ਹੁਣ ਤੱਕ ਇਹ ਬਹਾਦਰ ਫੌਜੀ ਅਤੇ ਇਸ ਦਾ ਪਰਿਵਾਰ ਇਸ ਗੱਲ ਤੋਂ ਅਣਜਾਣ ਸੀ ਕਿ ਆਉਣ ਵਾਲਾ ਸਮਾਂ ਕੈਸਾ ਹੋਵੇਗਾ। ਪੈਰ ਤੇ ਜ਼ਲੀਲ ਹੋਣ ਤੋਂ ਬਾਅਦ ਜਨਰਲ ਸੁਬੇਗ ਸਿੰਘ ਦੀ ਮੁਲਾਕਾਤ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਹੋਈ। ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜਨਰਲ ਸੁਬੇਗ ਸਿੰਘ ਸ਼ਹੀਦ ਹੋ ਗਏ। ਕਿਹਾ ਜਾਂਦਾ ਹੈ ਕਿ 7 ਜੂਨ 1984 ਨੂੰ ਦੁਪਹਿਰ 12 ਵਜੇ ਜਨਰਲ ਸੁਬੇਗ ਸਿੰਘ ਦੀ ਮ੍ਰਿਤਕ ਦੇਹ ਨੂੰ ਰੱਸਿਆਂ ਦੇ ਨਾਲ ਬੰਨ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਧੂ ਕੇ ਬਾਹਰ ਲਿਆਂਦਾ ਗਿਆ। ਪਹਿਲਾਂ ਮ੍ਰਿਤਕ ਦੇਹ ਨੂੰ ਠੁੱਡੇ ਮਾਰ ਕੇ ਬੇਇੱਜ਼ਤ ਕੀਤਾ ਗਿਆ ਤੇ ਫਿਰ ਰੱਸੀਆਂ ਬੱਜੀ ਲਾਸ਼ ਨੂੰ ਭੁੰਜੇ ਰੱਖ ਕੇ ਉਸ ਦੇ ਨਾਲ ਫੋਟੋਆਂ ਖਿਚਵਾਈਆਂ ਗਈਆਂ। ਇਹਨਾਂ ਨੂੰ ਬਾਹਰ ਲੈ ਕੇ ਰੱਸੇ ਪਾ ਕੇ ਖਿੱਚ ਕੇ ਲਿਆਏ ਆ, ਠੁੱਡੇ ਵੀ ਮਾਰੇ ਨੇ। ਜਿੱਥੇ ਹੁਣ ਅਕਾਲ ਤਖਤ ਦੇ 2 ਨਿਸ਼ਾਨ ਸਾਹਿਬ ਨੇ, ਉਹਦੇ ਸਾਹਮਣੇ ਉਰੇ ਆਣ ਕੇ ਨੁੱਕਰ ਜਾਏ ਤੇ ਜਿੱਥੇ ਡਸਟਬਿਨ ਜਿਹਾ ਰੱਖਿਆ ਉਹ ਲਾਗੇ ਉੱਥੇ ਪਈ ਹੈ ਇਹਨਾਂ ਦੀ ਬੋਡੀ। ਬਦਸਲੂਕੀ ਕੀਤੀ ਆ, ਕੋਈ ਥੋੜੀ ਜਿਹੀ ਨਹੀਂ ਕੀਤੀ। ਅਜੀਬ ਇਤਫਾਕ ਸੀ ਕਿ ਜਿਸ ਫੌਜੀ ਜਰਨੈਲ ਨੇ ਬੰਗਲਾਦੇਸ਼ ਦੀ ਜੰਗ ਵਿੱਚ 90,000 ਦੇ ਕਰੀਬ ਦੁਸ਼ਮਣ ਦੇ ਸਿਪਾਹੀਆਂ ਕੋਲੋਂ ਹਥਿਆਰ ਸੁਟਵਾ ਕੇ ਵੀ ਉਹਨਾਂ ਦੇ ਫੌਜੀ ਮਾਨ ਸਨਮਾਨ ਦਾ ਪੂਰਾ ਖਿਆਲ ਰੱਖਿਆ, ਉਸ ਦੀ ਖੁਦ ਦੀ ਲਾਸ਼ ਨੂੰ ਰੱਜ ਕੇ ਪੈਰਾਂ ਵਿੱਚ ਮਧੋਲਿਆ ਗਿਆ, ਜ਼ਲੀਲ ਕੀਤਾ ਗਿਆ। ਕਰਪਸ਼ਨ ਦੇ ਜਿਸ ਦੋਸ਼ ਨੂੰ ਆਧਾਰ ਬਣਾ ਕੇ ਫੌਜ ਵਿੱਚੋਂ ਬੇਇੱਜ਼ਤ ਕਰਕੇ ਕੱਢਿਆ ਗਿਆ ਸੀ, ਉਸੇ ਕੇਸ ਵਿੱਚੋਂ ਕੋਰਟ ਨੇ ਬਾਇੱਜ਼ਤ ਬਰੀ ਕੀਤਾ। ਪਰ ਕਿਹਾ ਜਾਂਦਾ ਹੈ ਜਸਟਿਸ ਡਿਲੇਡ is justice denied। ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸਭ ਕੁਝ ਹੋਇਆ, ਇਹਨਾਂ ਨੇ ਕਰਵਾਇਆ ਤੇ ਸਭ ਕੁਝ ਹੋਇਆ, ਤੇ ਇਹਨਾਂ ਦੀ ਵਰਡਿੰਗ ਬੋਲਣਾ, ਇਹਨਾਂ ਬਦਤਮੀਜ਼ੀ ਨਾਲ ਬੋਲਣਾ, ਇਹ ਸਭ ਕੁਝ ਦੱਸਦੀ ਹੈ ਇਹਨਾਂ ਦੇ ਹੱਥੀਂ ਹੋਇਆ ਸਭ ਕੁਝ। ਜਨਰਲ ਸੁਬੇਗ ਸਿੰਘ ਦੇ ਭਰਾ ਸਰਦਾਰ ਬੇਅੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਸਾਡੇ ਸਪੈਸ਼ਲ ਕਰੈਸਪੋਂਡੈਂਟ ਸਿਮਰਨਜੋਤ ਸਿੰਘ ਮੱਕੜ ਨੇ।
ਕੀ ਹਾਲਾਤ ਬਣੇ ਜੀ ਕਿ ਪਰਮ ਵਿਸ਼ਿਸ਼ਟ ਸੈਨਾ ਮੈਡਲ, ਅਤ ਵਿਸ਼ਿਸ਼ਟ ਸੈਨਾ ਮੈਡਲ, ਆਰਮੀ ਦੇ ਵਿੱਚ ਸਿਖਰ ਦੇ ਉੱਤੇ ਗਿਆ ਇੱਕ ਸ਼ਖਸ ਬਾਅਦ ਦੇ ਵਿੱਚ ਸੰਤਾਂ ਦੇ ਨਾਲ ਆ ਕੇ ਜੁਆਇਨ ਕਰਦੇ ਹੈ, ਹਾਲਾਤ ਕੀ ਬਣੇ? ਵੇਖੋ, ਜਦੋਂ ਇਹ ਬ੍ਰਿਗੇਡੀਅਰ ਸੀਗੇ, ਮੁਕਤੀ ਬਾਣੀ ਨੇ ਇਹਨਾਂ ਤਿਆਰ ਕੀਤੀ ਸੀ ਜੀ। ਉਹਦੇ ਤੋਂ ਬਾਅਦ ਫਿਰ ਜਦੋਂ ਇਹਨਾਂ ਨੂੰ ਇਹ ਸਨਮਾਨਿਤ ਕੀਤਾ ਗਿਆ, ਇਹਨਾਂ ਦੀ ਬਹਾਦਰੀ ਨੂੰ ਸਨਮਾਨਿਤ ਕੀਤਾ ਗਿਆ। ਦੋਵੇਂ ਮੈਡਲ ਮੇਰੇ ਅਤੀ ਵਿਸ਼ੇਸ਼ ਸੇਵਾ ਮੈਡਲ ਤੇ ਪਰਮ ਵਿਸ਼ੇਸ਼ ਸੇਵਾ ਮੈਡਲ, ਉਹ ਤੋਂ ਮੈਂ ਦੇ ਮੇਜਰ ਜਨਰਲ ਬਣ ਗਏ। ਫਿਰ ਇਹਨਾਂ ਮੇਜਰ ਜਨਰਲ ਦੀ ਕਮਾਂਡ ਬਹੁਤ ਚੰਗੀ ਤਰ੍ਹਾਂ ਨਿਭਾਈ। ਇਹਨਾਂ ਦੇ ਆਖਰੀ ਜਦੋਂ ਫਿਰ ਇਹਨਾਂ ਦੀ ਸੀਨੀਅਰਟੀ ਬਣਦੀ ਸੀ ਆਪਣੀ ਲੈਫਟੀਨੈਂਟ ਜਨਰਲ ਦੀ ਜਾਂ ਚੀਫ ਆਫ ਆਰਮੀ ਸਟਾਫ ਦੀ, ਜੋ ਵੀ ਚੀਫ ਆਫ ਆਰਮੀ ਸਟਾਫ ਤੋਂ ਬਾਅਦ ਬਣਦਾ, ਇਹਨੇ ਤਰੱਕੀ ਰੋਕਣ ਲਈ ਇਹ ਸਾਰੇ ਸਾਜ਼ਿਸ਼ ਘੜ ਕੇ ਤੇ ਇਹਨਾਂ ਨੂੰ ਇੱਕ ਨਗੂਣੇ ਜਿਹੇ ਮੁਕੱਦਮੇ ਬਣਾ ਕੇ ਜਿਹੜੇ ਸ਼ੋਭਾ ਨਹੀਂ ਦਿੰਦੇ, ਕਹਿੰਦੇ ਸ਼ਰਮ ਆਉਂਦੀ ਆ। ਉਹਦੇ 'ਚ ਜਰਨੈਲ ਦੀ ਪੋਸਟ ਰਿਹਾ ਇੱਕ ਰਾਜੇ ਦੀ ਤਰ੍ਹਾਂ ਰਹਿਣ ਵਾਲਾ ਬੰਦੇ ਨੂੰ ਇੱਕ ਇਹੋ ਜਿਹੀਆਂ ਛੋਟੀਆਂ ਤੁਹਮਤਾਂ ਲਾ ਕੇ ਉਹਨੂੰ ਡਿਸਮਿਸ ਕੀਤਾ ਜਾਏ ਤਾਂ ਫਿਰ ਦਿਲ ਤੇ ਦੁਖਦਾ ਹੀ ਆ। ਇਹ ਫਿਰ ਉੱਥੇ ਰਾਜਨੀਤੀ ਆ ਜਾਂਦੀ ਹੈ, ਰਾਜਨੀਤੀ ਦੀ ਪੋਸਟਾਂ ਹੁੰਦੀਆਂ ਤੇ ਸਿੱਖ ਨੂੰ ਇਹ ਬਰਦਾਸ਼ਤ ਹੀ ਨਹੀਂ ਕਰਦੇ ਕਿਸੇ ਕੀਮਤ 'ਤੇ ਵੀ। ਇਹ ਸਿਰਫ ਹਿੰਦੁਸਤਾਨ ਦੀ ਗੌਰਮੈਂਟ ਇਹਨਾਂ ਦਾ ਫਾਇਦਾ ਲੈਣ ਤੱਕ ਰਿਹਾ, ਇਹਨਾਂ ਨੂੰ ਫਾਇਦਾ ਦੇਣ ਤੱਕ ਕਿਸੇ ਸਿੱਖ ਨੂੰ ਕੋਈ ਸਹੂਲਤ ਨਹੀਂ ਦੇ ਕੇ ਰਾਜੀ, ਕੋਈ ਸਨਮਾਨਿਤ ਕਰਕੇ ਰਾਜੀ ਨਹੀਂ। ਜਿਵੇਂ ਕਿ ਜਨਰਲ ਹਰਬਖਸ਼ ਸਿੰਘ ਸੀ ਜੀ, ਹਾਂਜੀ, ਜਨਰਲ ਬਿਕਰਮ ਸਿੰਘ ਜੀ, ਭਾਜੀ ਨਾਲੋਂ ਵਧੀਆ ਜਰਨੈਲ ਹੋਏ ਨੇ, ਠੀਕ ਹੈ। ਉਹਨਾਂ ਦੇ ਪਿੱਛੇ ਉਹਨਾਂ ਨੇ ਹਰਬਖਸ਼ ਲਿਖ ਦਿੱਤਾ ਆ, ਜਰਨੈਲ ਲਾ ਦਿੱਤਾ ਆ, ਠੀਕ ਹੈ। ਨਹੀਂ, ਉਹਨੇ ਜੋ ਕਮਾਈ ਸੀ ਜ਼ਿੰਦਗੀ ਦੀ ਉਹ ਪਿੱਛੋਂ ਲਾ ਤੇ ਇੱਥੇ ਐਮਐਲਏ, ਸਾਬਕਾ ਐਮਐਲਏ ਲਿਖ ਦੇਣਗੇ। ਉਹਨਾਂ ਦੇ ਪਿੱਛੋਂ ਜਿਹੜਾ ਰੈਂਕ ਲਾ ਦਿੱਤੇ ਨੇ ਸਿਰਫ ਸਿੱਖ ਨੂੰ ਨੀਵਾਂ ਵਿਖਾਉਣ ਲਈ। ਸ਼ੁਰੂਆਤ ਕਿੱਥੋਂ ਜੀ? ਸ਼ੁਰੂਆਤ ਇੱਥੋਂ ਹੀ ਹੈ, ਮਤਲਬ ਕਿ ਜਦੋਂ ਇਹ ਉੱਥੋਂ ਡਿਸਮਿਸ ਕਰ ਦਿੱਤਾ, ਉੱਥੇ ਭਾਜੀ ਨੇ ਸੰਤਾਂ ਨੂੰ ਜਰਨੈਲ ਮੰਨ ਕੇ ਲੜੀ ਆ, ਆਪਨੇ ਆਪ ਨੂੰ ਜਰਨੈਲ ਹੀ ਨਾ ਸਮਝਿਆ। ਇੱਥੇ ਵੀ ਇਹਨਾਂ ਆਪਣਾ ਫਰਜ਼ ਉਸੇ ਤਰ੍ਹਾਂ ਹੀ ਨਿਭਾਇਆ ਜਿੱਦਾਂ ਕਿ ਬੰਗਲਾਦੇਸ਼ ਨਿਭਾਇਆ ਹੈ। ਉੱਥੇ ਜਗਜੀਤ ਸਿੰਘ ਅਰੋੜਾ ਜਰਨੈਲ ਸੀ, ਇੱਥੇ ਇਹਨਾਂ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ। ਜਦੋਂ ਅਕਸਰ ਇੱਕ ਮੈਸੇਜ ਵੀ ਵਾਇਰਲ ਹੁੰਦਾ ਹੈ, ਕਿਹਾ ਜਾਂਦਾ ਹੈ ਕਿ ਕੁਝ ਪੈਸਿਆਂ ਦਾ ਦੋਸ਼, ਰਿਸ਼ਵਤ ਦਾ ਦੋਸ਼ ਲਾ ਕੇ ਜਿਹੜਾ ਰਿਟਾਇਰਮੈਂਟ ਤੋਂ ਕੁਝ ਦਿਨ ਪਹਿਲਾਂ ਹੀ ਇਹ ਦੋਸ਼ ਲਾਏ, ਔਰ ਉਹਦੇ ਬਾਰੇ ਮੈਂ ਚਾਹੁੰਦਾ ਕਿ ਉਹਦਾ ਸੱਚ ਕੀ ਸੀਗਾ, ਦਰਅਸਲ ਉਹ ਹੋਏ ਕੀ, ਘਟਨਾ ਕੀ ਸੀ? ਸੱਚ ਕੋਈ ਨਹੀਂ, ਇਹਨਾਂ ਦੇ ਝੂਠਾ ਮੁਕੱਦਮਾ ਬਣਾਇਆ ਸੀ। ਇੱਕ ਜੀਪ ਸੀਗੀ ਕਿ ਟਰੱਕ ਸੀਗਾ ਕੋਈ ਲਿਆ, ਉਹ ਜਿਹੜੇ ਆਕਸ਼ਨ 'ਚ
ਜਿਹੜਾ ਆਕਸ਼ਨ ਹੁੰਦੀ ਹੈ ਇਹਨਾਂ ਦੀ ਆਰਮੀ ਦੀ, ਹੂੰ, ਉਹ ਇੱਕ ਕੋਈ ਕੰਟੀਨ ਦਾ ਕੋਈ ਬਣਾਤਾ, ਜਾਂ ਤੁਸੀਂ ਘਰ ਬਣਾ ਲਿਆ ਦੇਹਰਾਦੂਨ 'ਚ, ਇੰਨਾ ਪੈਸਾ ਆਇਆ ਉੱਥੋਂ, ਤੁਸੀਂ ਆਰਮੀ ਦਾ ਟਰੱਕਾਂ 'ਚ ਲੱਕੜ ਆਈ ਆ, ਟੀਕ ਟੋਕ ਲੱਗੀ ਆ। ਜਨਰਲ ਰੈਣਾ ਆਇਆ ਸੀ ਘਰ ਤੇ ਵੇਖ ਕੇ ਉਹ ਪਰੇਸ਼ਾਨ ਹੋ ਗਏ। ਉਹਨੇ ਕੋਈ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਲਾ ਕੇ, ਜਦੋਂ ਕਿ ਉਹ ਗੱਲ ਬਣਦੀ ਨਹੀਂ, ਇਨਕੁਆਇਰੀ ਵੀ ਸਾਰੇ ਨਿਕਲ ਗਿਆ, ਸਾਫ਼ ਹੋ ਗਿਆ, ਕੋਈ ਤੂੰ ਇਹਨਾਂ ਤੇ ਇਲਜ਼ਾਮ ਕੋਈ ਲੱਗਦਾ ਹੀ ਨਹੀਂ, ਬਣਦਾ ਹੀ ਨਹੀਂ ਸੀਗਾ। ਔਰ ਇਹਨਾਂ ਦੇ ਸਰਕਾਰੀ ਵਕੀਲ ਵੀ ਬੈਠੇ, ਮੁਕੱਦਮਾ ਵੀ ਜਿੱਤਿਆ, ਗਏ ਵੀ ਨਹੀਂ ਗਏ ਲੈਣ, ਪੈਨਸ਼ਨ ਵੀ ਨਹੀਂ ਲੈਣ ਗਏ, ਨਾ ਇਹ ਗਏ, ਮੁਕੱਦਮਾ ਵੀ ਇਹਨਾਂ ਜਿੱਤਿਆ, ਇਹਨਾਂ ਦੇ ਹੱਕ 'ਚ ਹੋਇਆ ਮੁਕੱਦਮਾ। ਉਦੋਂ ਸੰਤਾਂ ਦੇ ਨਾਲ ਹੀ ਸੀਗੇ। ਕੀ ਇਹ ਜਦੋਂ ਤੌਮਤ ਲੱਗੀ ਉਦੋਂ ਫਿਰ ਉਸ ਤੋਂ ਬਾਅਦ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ? ਡਿਸਮਿਸ ਕਰ ਦਿੱਤਾ ਗਿਆ। ਡਿਸਮਿਸ ਕਰ ਦਿੱਤਾ ਗਿਆ। ਔਰ ਬਾਅਦ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਨਕੁਆਇਰੀ ਦੇ ਵਿੱਚ ਸਭ ਕੁਝ ਸਾਫ਼ ਹੋ ਗਿਆ। ਬਿਲਕੁਲ ਸਾਫ਼। ਅੱਜ ਵੀ ਕੀ ਸਰਕਾਰ ਨੇ ਇਸ ਗੱਲ ਦੀ ਕਦੇ ਮਾਫੀ ਮੰਗੀ ਅੱਜ ਤੱਕ? ਸਰਕਾਰ ਕੋ ਮਾਫੀ ਮੰਗੂ, ਅੱਜ ਤੱਕ ਨਹੀਂ ਮੰਗੀ। ਖਾਸ ਕਰਕੇ ਸਿੱਖ ਦੇ ਮਾਮਲੇ ਤਾਂ ਮਤਲਬ ਹੀ ਕੋਈ ਨਹੀਂ। ਅੱਜ ਦਰਬਾਰ ਸਾਹਿਬ ਹੋਇਆ, ਇਹਦੇ 'ਚ ਮਾਫੀ ਨਹੀਂ ਮੰਗਣ ਦੇ, ਸਾਰੇ ਆਮ ਗਲਤ ਨੇ। ਦਰਬਾਰ ਸਾਹਿਬ ਕੋਈ ਫੌਜਾਂ ਬੈਠੀਆਂ ਅਸੀਂ, ਕੋਈ ਜਾਂ ਤਾਂ ਹੈ ਨਾ ਵੀ ਇੱਥੇ ਬੜਾ ਕੋਈ ਜਦੋਂ ਸੰਤਾਂ ਦੇ ਇੱਥੋਂ ਨਿਕਲ ਹੀ ਜਾਂਦੇ ਆ, ਸਾਡਾ ਵਾਸਤੇ ਕੋਈ ਨਹੀਂ। ਦਰਬਾਰ ਸਾਹਿਬ ਨੇ ਇਹਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਇਹ ਤਾਂ ਗਿਣੀ ਮਿਥੀ ਸਾਜ਼ਿਸ਼ ਸੀ, ਗਿਣੀ ਮਿਥਿਆ ਜੋ ਪ੍ਰੋਗਰਾਮ ਸੀ ਉਹਦੇ ਅਧੀਨ ਅਟੈਕ ਹੋਇਆ, ਸਭ ਕੁਝ ਕਰਵਾਇਆ ਗਿਆ। ਸੰਤਾਂ ਨੇ ਲੜਾਈ ਲੜੀ ਤੇ ਸਿਰਫ ਪੰਜਾਬ ਦੇ ਹੱਕਾਂ ਲਈ ਲੜੀ ਆ, ਆਪਣੇ ਲਈ ਤਾਂ ਉਹਨਾਂ ਕੋਈ ਆਪਣਾ ਨਿੱਜੀ ਹੈ ਹੀ ਕੁਛ ਨਹੀਂ ਗਿਆ ਕਿ ਮੈਨੂੰ ਆਹ ਚਾਹੀਦਾ, ਮੈਨੂੰ ਤਾਂ ਚਾਹੀਦਾ ਪੰਜਾਬ ਨੂੰ ਚਾਹੀਦਾ, ਪੰਜਾਬ ਦੇ ਹੱਕ ਪੰਜਾਬ ਨੂੰ ਚਾਹੀਦੇ ਆ, ਪਾਣੀ ਚਾਹੀਦਾ, ਬਿਜਲੀ ਚਾਹੀਦੀ ਆ, ਪੰਜਾਬੀ ਬੋਲਦੇ ਇਲਾਕੇ ਚਾਹੀਦੇ ਆ, ਚੰਡੀਗੜ੍ਹ ਚਾਹੀਦਾ। ਇਹਨਾਂ ਵੱਧ ਇਹਦੋਂ ਵੱਧ ਕੀ ਉਹਨਾਂ ਮੰਗਿਆ? ਖਾਲਿਸਤਾਨ ਉਹਨਾਂ ਮੰਗਿਆ ਕਦੀ? ਬਿਲਕੁਲ ਨਹੀਂ। ਕਦੀ ਇਹੋ ਜਿਹੀ ਗੱਲਬਾਤ ਹੀ ਨਹੀਂ ਹੋਈ। ਕਦੀ ਉਹਨਾਂ ਕੋਈ ਵੀ ਕੌਮ ਕਹਦੇ, ਹਿੰਦੂ ਮੁਸਲਮਾਨ ਕੋਈ ਕਹਦੇ ਜੇ ਮੈਨੂੰ ਇੱਥੇ ਸੰਤ ਰਹਿੰਦੇ ਤੇ ਇਹਨਾਂ ਪਰੇਸ਼ਾਨ ਕੀਤਾ ਹੈ। ਬਰਖਾਸਤਗੀ ਤੋਂ ਬਾਅਦ ਕਿੱਥੇ ਰਹਿ ਰਹੇ ਸੀ? ਇੱਥੇ ਅੰਮ੍ਰਿਤਸਰ 'ਚ ਰਹਿੰਦੇ ਸੀ? ਨਹੀਂ, ਫਾਰਮ ਤੇ ਬਾਜਪੁਰ ਵੀ ਰਹਿੰਦੇ ਰਹੇ, ਦੇਹਰਾਦੂਨ ਵੀ ਰਹੇ ਨੇ, ਅੰਮ੍ਰਿਤਸਰ ਵੀ ਰਹਿੰਦੇ ਨੇ ਮਾਤਾ ਜੀ ਕੋਲ। ਫਿਰ ਸੰਤਾਂ ਨਾਲ ਮੁਲਾਕਾਤਾਂ ਕਿੱਥੇ ਹੁੰਦੀਆਂ? ਸ਼ੁਰੂਆਤ ਕਿੱਥੋਂ ਹੋਈ? ਮੈਂ ਜਾਣਨਾ ਚਾਹੁੰਦਾ ਕਿ ਇਹ ਕੋਈ ਅਮਰੀਕਾ ਤੋਂ ਰਾਜਵੀਰ ਸਿੰਘ ਨੇ, ਜਗਬੀਰ ਸਿੰਘ ਕੋਈ ਆਇਆ ਜੀ, ਇਹਨਾਂ ਦਾ ਜਾਣੂ ਹੈ, ਉਹਨੇ ਆ ਕੇ ਆਓ ਤੁਹਾਨੂੰ ਸੰਤਾਂ ਨਾਲ ਮਿਲਾਈਏ। ਜਦੋਂ ਇਹ ਮੋਰਚੇ ਦੀ ਥੋੜਾ ਬਹੁਤ ਮੋਰਚੇ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਇਹ ਕਪੂਰੀ ਮੋਰਚਾ ਚੱਲਦਾ, ਇਹ ਗ੍ਰਿਫਤਾਰੀਆਂ ਦੇਣ ਡਿਆ ਸੀ ਨਾ ਜੀ, ਇਹ ਉਦੋਂ ਦੀ ਗੱਲ ਹੈ। ਉਦੋਂ ਜਾ ਕੇ ਫਿਰ ਉਹਨਾਂ ਸੰਤਾਂ ਨੂੰ ਮਿਲਾਇਆ ਕਿ ਆਹ ਵੇਖੋ ਇਹਨਾਂ ਬੰਦਾਂ ਨੂੰ ਮਿਲੇ। ਫਿਰ ਉਹਨਾਂ ਆਖਿਆ ਇਹ ਬੰਦੇ ਬਹੁਤ ਦਮ ਆ, ਭਗਤੀ ਸ਼ਕਤੀ ਵਾਲਾ ਬੰਦਾ, ਸਾਫ ਸੁੱਚਾ ਬੰਦਾ। ਤੇ ਫਿਰ ਉਹ ਨਾਲ ਲੱਗੇ ਨੇ। ਉਦੋਂ ਭਾਈ ਮੋਹਕਮ ਸਿੰਘ ਵੀ ਉੱਥੇ ਸੀਗਾ, ਦਮਦਮੀ ਟਕਸਾਲ ਮਹਿਤੇ, ਇਹਨਾਂ ਨੇ ਉੱਥੇ ਮਹਿਤੇ 'ਚ ਮੇਲ ਮਿਲਾਪ ਹੋਇਆ ਜੀ। ਉੱਥੇ ਇਹਨਾਂ ਨੇ ਆਪਣਾ ਪਿਸਟਲ ਦਿੱਤਾ ਇੱਕ ਨਵਾਂ, ਜਿਹੜਾ ਸੰਤਾਂ ਕੋਲੋਂ ਅਖੀਰ ਦੇ ਟਾਈਮ ਤੱਕ ਨਾਲ ਸੀਗਾ, ਰਿਵਾਲਵਰ ਜੀ, ਠੀਕ ਹੈ। ਤੇ ਫਿਰ ਸੰਤਾਂ ਦੇ ਨਾਲ ਰਹੇ ਸੰਤ, ਇਹਨਾਂ ਨੇ ਸੰਤਾਂ ਨੂੰ ਦਿੱਤਾ? ਹਾਂਜੀ ਜੀ। ਤੇ ਫਿਰ ਸੰਤ ਵੀ ਈਤ ਕਰ ਲਾ ਪਏ, ਉਹ ਵੀ ਸਮਝ ਗਏ ਕਿਵੇਂ ਇਸ ਬੰਦੇ ਨਾਲ ਧੱਕਾ ਆਇਆ ਆ, ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਹੁੰਦਾ ਵੀ ਇੱਕ ਜਰਨੈਲ ਨਾਲ ਇੱਕ ਇਹੋ ਜਿਹਾ ਕਾਨੂੰਨੀ ਹਰਕਤ ਕੀਤੀ ਜਾਵੇ, ਇਹ ਕਰਕੇ ਫਿਰ ਉਹ ਈਤਮਾਨ ਕਰ ਲੱਗ ਪਏ ਹੌਲੀ ਹੌਲੀ। ਫਿਰ ਜਿਉਂ ਮੋਰਚਾ ਬਦਲਦਾ ਗਿਆ, ਜਿਉਂ ਖਿਆਲ ਬਦਲਦੇ ਗਏ, ਜਿਉਂ ਸੈਂਟਰ ਜਾਂ ਸਟੇਟ ਦੇ ਗੌਰਮੈਂਟ ਧੱਕਾ ਕਰਨ ਲੱਗ ਪਈ, ਤਿਉਂ ਸੰਤਾਂ ਦਾ ਵੀ ਵਿਹਾਰ ਬਦਲਦਾ ਗਿਆ। ਉਸੇ ਹਿਸਾਬ ਨਾਲ ਮੰਗਾਂ ਤੇ ਉਹੀ ਰਹੀਆਂ। ਧਾਰਮਿਕ ਤੌਰ ਤੇ ਕਿਸ ਤਰ੍ਹਾਂ ਸੀਗੇ ਸ਼ੁਰੂ ਤੋਂ? ਭਾਈ ਸਾਹਿਬ ਜੀ, ਭਾਜੀ ਬਚਪਨ ਤੋਂ ਹੀ ਮਾਤਾ ਜੀ ਮੈਨੂੰ ਵੀ, ਭਾਈ ਸਾਹਿਬ ਨੂੰ, ਭੈਣ ਨੂੰ, ਸਾਰਿਆਂ ਨੂੰ ਪਹਿਲਾਂ ਮਹਾਰਾਜ ਦਾ ਪਾਠ ਥੋੜ੍ਹਾ ਬਹੁਤਾ ਕਰਾ ਕੇ 5 ਪੌੜੀਆਂ ਦਾ, ਤੇ ਫਿਰ ਖਾਣ ਪੀਣ ਨੂੰ ਕੁਛ ਦਿੰਦੇ ਹੁੰਦੇ ਸੀ। ਉਹਨਾਂ ਦੀ ਬਿਰਤੀ ਬੜੀ ਭਗਤੀ ਵਾਲੀ ਸੀ। ਉਹਦੇ ਮੁਤਾਬਕ ਨਿੱਕੇ ਹੁੰਦਿਆਂ ਤੋਂ ਇਹ ਲਾਗ ਲੱਗੀ ਆ ਭਗਤੀ ਦੀ। ਉਹ ਪਾਠ ਪੂਜਾ ਕਰਕੇ ਤੇ ਫਿਰ ਹੀ ਆਪਣੇ ਕੰਮ 'ਤੇ ਕਿਤੇ ਜਾਂਦੇ ਸੀ, ਉੱਦਾਂ ਨਹੀਂ ਜਾਂਦੇ ਹੁੰਦੇ। ਤਾਂ ਕੀ ਨਿੱਜੀ ਦਰਦ ਦੇ ਨਾਲ ਨਾਲ ਕੌਮੀ ਦਰਦ ਵੀ ਰੱਖਦੇ ਸੀਗੇ? ਭਾਈ ਸਾਹਿਬ ਕੌਮੀ ਦਰਦ ਦਾ ਦੇਖੋ, ਅਸੀਂ ਤੇ ਬੱਚੇ ਆ, ਉਹ ਸਮਝਦਾਰ ਸਿਆਣੇ। ਕੌਮੀ ਦਰਦ ਦਿਸਣ ਹੀ ਡਿਆ ਸੀ ਜੋ ਹੋਣ ਡਿਆ। ਜਦੋਂ 47 ਦੇ ਵਿੱਚ ਪਾਰਟੀਸ਼ਨ ਹੁੰਦੀ ਆ ਜੀ, ਤੇ ਸਿਰਫ ਬੰਗਲਾਦੇਸ਼, ਬੰਗਾਲ ਦੀ ਤੇ ਪੰਜਾਬ ਦੀ ਹੋਈ ਆ ਜੀ, ਹੋਰ ਸਟੇਟਾਂ 'ਚ ਹੋਈ ਆ ਕਿਸੇ ਦੀ? ਜਾਂ ਤਾਂ ਹੈ ਨਾ ਵੀ ਰਾਜਸਥਾਨ ਦੀ ਵੀ ਹੁੰਦੀ, ਹਾਂਜੀ, ਗੁਜਰਾਤ ਦੀ ਹੁੰਦੀ, ਕਿਸੇ ਪਾਸੇ ਹੋਈ ਆ, ਕਿਸੇ ਪਾਸੇ ਕੋਈ ਹਿੱਲਿਆ। ਇਹੋ ਹੀ ਦੋਵੇਂ ਅੜਦੇ ਸੀ। ਉਧਰ ਸੁਭਾਸ਼ ਚੰਦਰ ਬੋਸ ਦਾ ਸੀ ਇਲਾਕਾ, ਇੱਧਰ ਸਰਦਾਰ ਭਗਤ ਸਿੰਘ ਦਾ ਸੀ। ਇਹ ਇਹਨਾਂ ਨੂੰ ਅੜਦੇ ਸੀ। ਉਸ ਵਜ੍ਹਾ ਕਰਕੇ ਸਭ ਕੁਛ ਇਹਨਾਂ ਕੀਤਾ। ਇਹਨਾਂ ਡੈਮੇਜ ਪਹਿਲਾਂ ਹੀ ਕਰਦੇ ਆ ਪੰਜਾਬ ਨੂੰ, ਅਖੀਰ ਤੱਕ ਹੁਣ ਵੀ 47 ਨੂੰ ਲੈ ਕੇ ਹੁਣ ਤੱਕ, ਨਹਿਰੂ ਵੇਲੇ, ਇੰਦਰਾ ਗਾਂਧੀ ਵੇਲੇ ਵੀ, ਹੁੰਦੀਆਂ ਸਰਕਾਰਾਂ, ਆਪਣੀ ਪੰਜਾਬ ਦੀ ਸਰਕਾਰ ਵੀ ਤੇ ਸੈਂਟਰ ਸਰਕਾਰ ਵੀ, ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਸਿੱਖੀ ਤੇ ਪੰਜਾਬ ਦੀ ਰਹਿਣੀ ਬਹਿਣੀ ਖਾਣੀ ਪੀਣੀ ਇਹਨਾਂ ਨੂੰ ਚੱਲਦੇ ਨਹੀਂ ਗਏ, ਇਹਨਾਂ ਨੂੰ ਨਾ ਪਚਦੀ ਨਹੀਂ ਗਈ ਚੀਜ਼ਾਂ। ਜਦੋਂ ਕਿ
ਕਦੀ ਵੀ ਸਿੱਖ ਨੇ ਅੱਜ ਤੱਕ ਕਿਸੇ ਹਿੰਦੂ ਦਾ ਪੰਡਤ ਦਾ ਮੰਦਿਰ ਤੇ ਹਮਲਾ ਕੀਤਾ ਹੋਵੇ, ਹਾਂਜੀ, ਕਿਸੇ ਮਜ਼ਹਬ ਦੇ ਬਰਖਲਾਫ ਕੋਈ ਸਟੇਜ ਤੇ ਕੋਈ ਗੱਲ ਕੀਤੀ ਹੋਵੇ, ਇਹੋ ਹੀ ਅੱਜ ਤੱਕ ਕਰਦੇ ਆਏ। ਸਿੱਖ ਨੇ ਤਾਂ ਕਦੀ ਨਹੀਂ ਕੀਤੀ। ਅਸੀਂ ਤੇ ਆਪਣੇ ਬਲਬੂਤੇ ਤੇ ਜਿਉਣ ਡਏ ਹਾਂ। ਅਸੀਂ ਆਪਣੀਆਂ ਕਮਾਈਆਂ ਨੂੰ ਦਸਵੰਧ ਦੇ ਕੇ, ਲੰਗਰ ਲਾ ਕੇ, ਲੋਕਾਂ ਦਾ ਭਲਾਈ ਕਰਕੇ, ਦੇਸ਼ ਵਿਦੇਸ਼ਾਂ ਸਾਰੇ ਕਰਕੇ ਅਸੀਂ ਤਾਂ ਸਾਡੀ ਅੱਜ ਵੀ ਇੱਜ਼ਤ ਹੈ ਦੇਸ਼ਾਂ ਵਿਦੇਸ਼ਾਂ 'ਚ। ਕਿਹਦੇ ਕਰਕੇ ਆ? ਅਸੀਂ ਸੈਕਰੀਫਾਈਸ ਕਰਦੇ ਹਾਂ, ਅਸੀਂ ਹਰ ਤਰ੍ਹਾਂ ਮਦਦ ਕਰਦੇ ਹਾਂ, ਗਰੀਬ ਗੁਰੂਆਂ ਦੀ ਕਰਦੇ ਹਾਂ। ਸਾਡੇ ਖਾਨਦਾਨ 'ਚ ਲਿਖਿਆ, ਸਾਡੇ ਗੁਰੂਆਂ ਤੋਂ ਇਹ ਆਇਆ, ਜੋ ਵੀ ਆ ਸਾਡੇ ਪਰਿਵਾਰਾਂ 'ਚ ਨਹੀਂ, ਸਾਰੇ ਪੂਰੇ ਸਿੱਖਾਂ 'ਚ ਅੱਜ ਵੀ ਮੋਨੇ ਸਿੱਖ ਨੇ। ਮਾਤਾ ਪਿਤਾ ਦਾ ਉਦੋਂ ਕੀ ਰਿਐਕਸ਼ਨ ਸੀਗਾ ਜਦੋਂ ਡਿਸਮਿਸ ਕਰ ਦਿੱਤਾ ਗਿਆ ਨੌਕਰੀ ਤੋਂ, ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਮੈਂ ਸੰਤਾਂ ਦੇ ਨਾਲ ਜਾਣਾ ਹੈ? ਵੇਖੋ ਜੀ, ਪਿਤਾ ਜੀ ਸਾਡੇ 65 ਸੀ ਪਿਛੜ ਗਏ ਜੀ। ਉਦੋਂ ਇਹ ਜੰਮੂ ਕਸ਼ਮੀਰ ਜਾਣ ਡਿਆ ਸੀ, ਜੋ ਲੜਾਈ ਹੈ 65 ਦੀ ਜੀ, ਉਦੋਂ ਦੀ ਗੱਲ ਹੈ। ਮਾਤਾ ਜੀ ਹੈਗੇ ਸੀ, ਮਾਤਾ ਜੀ ਉਦੋਂ ਦਰਬਾਰ ਸਾਹਿਬ ਸੀਗੇ। ਉਹ ਆਪ ਵੀ ਦਰਬਾਰ ਸਾਹਿਬ ਸੀ? ਮਾਤਾ ਜੀ ਵੀ, ਭਾਬੀ ਜੀ ਵੀ, ਮੇਰੀ ਮਿਸੇਜ ਵੀ, ਇਹ ਸਾਰੇ ਦਰਬਾਰ ਸਾਹਿਬ ਸੀਗੇ। ਜਦੋਂ ਬਲੂ ਸਟਾਰ ਹੋਇਆ ਉਦੋਂ ਵੀ ਉਹ ਦਰਬਾਰ ਸਾਹਿਬ ਸੀ? ਹਾਂ, ਉਦੋਂ ਉੱਥੇ 3 ਤਰੀਕ ਨੂੰ ਇਹ 10 ਵਜੇ ਥੋੜਾ ਜਿਹਾ ਕਰਫਿਊ ਖੁੱਲ੍ਹਿਆ, ਉਦੋਂ ਹੀ ਆਏ ਨੇ। ਮਾਤਾ ਜੀ ਨੂੰ ਵੀ ਪਤਾ ਸੀ ਕਿ ਇਹ ਕੁਝ ਹੋਣਾ, ਜੋ ਭਾਜੀ ਨੂੰ ਦੱਸਦੇ ਰਹਿੰਦੇ ਸੀ, ਮੈਂ ਤੇ ਇੱਥੇ ਨਹੀਂ ਸੀਗਾ। ਮਾਤਾ ਜੀ ਦੱਸਦੇ ਆ ਕਿ ਇਹਨਾਂ ਨੂੰ ਪਤਾ ਸੀ ਇਹ ਬਲੂ ਸਟਾਰ, ਜਿਹੜਾ ਆਪਰੇਸ਼ਨ ਬਲੂ ਸਟਾਰ ਦਾ ਉਹਦਾ ਨਾਂ ਨਹੀਂ ਸੀ, ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਣਾ, ਇਹ ਉਹਨਾਂ ਦਾ ਯਕੀਨ ਸੀ। ਸੰਤਾਂ ਨੂੰ ਵੀ, ਭਾਜੀ ਉਹਨਾਂ ਦੇ, ਜਿਨ੍ਹਾਂ ਦੇ ਇਹਨਾਂ ਦੇ ਪੈਰੋਕਾਰ ਜਾਂ ਇਹਨਾਂ ਦੇ ਨੌਜਵਾਨ ਸੀਗੇ ਸਿੱਖ, ਉਹ ਸਾਰਿਆਂ ਨੂੰ ਪਤਾ ਸੀਗਾ। ਉਹ ਉਹਨਾਂ ਲਈ ਤਿਆਰ ਸੀਗੇ। ਭਾਜੀ ਨੇ ਟ੍ਰੇਨਿੰਗ ਦੇ ਕੇ ਪੂਰੇ ਤਿਆਰ ਕੀਤੇ ਸੀ। ਤੇ ਸੰਤਾਂ ਨੂੰ ਇਹ ਵੀ ਕਹਿੰਦੇ ਸੀ ਕਿ ਮੇਰਾ ਇੱਕ ਜਵਾਨ ਸੰਤ ਜੀ, ਜਿਹੜੇ ਸਾਡੇ ਨੌਜਵਾਨ ਮੁੰਡੇ ਨੇ, 100 ਦੇ ਭਰ ਹੋਊਗਾ, ਫਿਕਰ ਨਾ ਕਰੋ। ਔਰ ਹੋਇਆ ਵੀ ਇਸ ਤਰ੍ਹਾਂ? ਉਦੋਂ ਵੱਧ ਹੀ ਹੋਇਆ। ਸਾਰੀ ਪਲੈਨਿੰਗ, ਸਾਰੀ ਵਿਉਂਤਬੰਦੀ ਇਹਨਾਂ ਨੇ ਕੀਤੀ ਉਦੋਂ? ਫਿਰ ਸਾਰੀ ਇਹਨਾਂ ਨੇ ਜੀ, ਜੋ ਲੜਾਈ ਦੀ ਵਿਉਂਤਬੰਦੀ ਉਹ ਸਾਰੀ ਇਹਨਾਂ ਦੀ ਹੀ। ਬਾਕੀ ਸੰਤਾਂ ਦਾ ਸਹਿਯੋਗ ਤਾਂ ਹੈਗਾ ਹੀ ਹੈਗਾ ਜੀ, ਨਾਲ ਜਿਹੜੇ ਨਾਲ ਨੌਜਵਾਨ ਸੀ ਉਹਨਾਂ ਦਾ ਸਹਿਯੋਗ ਹੋ ਗਿਆ ਸੀ। ਪਰ ਉਹ ਵੀ ਲੀਕ ਕਿੱਦਾਂ ਖਿੱਚ ਕੇ ਆਖਿਆ ਜਿੰਨੇ ਮਰਨਾ ਇੱਧਰ ਆ ਜਾਓ, ਜਿੰਨੇ ਭੱਜਣਾ ਹੁਣ ਚੱਲ ਜਾਓ। ਉਹੀ ਆਦਮੀ ਰਹਿ ਗਏ ਨੇ ਜਿਹੜੇ ਨਾਲ ਮਰਨ। ਬਹੁਤ ਮੰਨਦੇ ਸੀ। ਉਹਨਾਂ ਕਹਿ ਕੇ ਉਸੇ ਹਿਸਾਬ ਨਾਲ ਹੀ ਚੱਲੇ ਨੇ। ਬਾਕੀ ਪਰਿਵਾਰ ਨਾਲ ਹੀ ਸੀ ਉਦੋਂ? ਪਿਤਾ ਆਪਣੇ ਭਾਈ ਸਾਹਿਬ, ਭਾਬੀ ਜੀ, ਮਾਤਾ ਜੀ ਤੇ ਮੇਰੀ ਮਿਸੇਜ ਤੇ ਮੇਰਾ ਲੜਕਾ ਉਦੋਂ ਸਾਰਾ ਛੋਟਾ ਸੀ, 8-10 ਸਾਲਾਂ ਦਾ ਹੈ। ਇਹ ਜੂਨ ਦੀਆਂ ਛੁੱਟੀਆਂ ਸੀਗੇ, ਆਏ ਹੋਏ ਤੇ ਫਿਰ ਉੱਥੇ ਦਰਬਾਰ ਸਾਹਿਬ ਮਿਲਣੋਂ ਚੱਲ ਜਾਂਦੇ। ਬਸ ਸਾਡੇ ਨਾਲ ਕੋਈ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਦਿਮਾਗ 'ਚ ਜੋ ਸੀ ਉਹ ਬਾਹਰ ਲੀਕ ਨਹੀਂ ਕਰਨਾ ਚਾਹੁੰਦੇ। ਤੁਹਾਡੇ ਨਾਲ ਆਖਰੀ ਮੁਲਾਕਾਤ ਕਦੋਂ ਹੋਈ ਸੀ? ਮੈਨੂੰ 15 ਦਿਨ ਪਹਿਲਾਂ ਇੱਥੇ ਅੰਮ੍ਰਿਤਸਰ 'ਚ ਹੀ? ਅੰਮ੍ਰਿਤਸਰ ਹੀ। ਸੰਤਾਂ ਨਾਲ ਵੀ 2-3 ਵਾਰੀ ਮਿਲਿਆ ਇਕੱਠੇ। ਸੁਬਰਾਮਨੀ ਸਵਾਮੀ ਜਿਹੜਾ, ਇਹ ਵੀ ਮੈਂ, ਸਵਾਮੀ ਜੀ, ਭਾਈ ਸਾਹਿਬ ਥੱਲੇ ਬੈਠੇ ਆ, ਮੇਰਾ ਤੇ ਪਿੱਛੇ ਹਾਂ, ਇਹ ਸੰਤਾਂ ਦੇ ਸੰਤ ਮੰਜੇ ਤੇ ਬੈਠੇ ਆ। ਜਦੋਂ ਸੁਬਰਾਮਨੀਅਮ ਸਵਾਮੀ ਦੀ ਫੇਰੀ ਹੁੰਦੀ ਹੈ, ਬਕਾਇਦਾ ਤੌਰ ਤੇ ਉਹਨਾਂ ਦੀ ਰਾਬਤਾ ਜਿਹੜਾ ਗੱਲਬਾਤ ਹੈ, ਉਹ ਵੀਡੀਓ ਵੀ ਇੱਕ ਪਈ ਹੈ, ਉਦੋਂ ਤੁਸੀਂ ਉੱਥੇ ਹੀ ਮੌਜੂਦ ਸੀ? ਹਾਂਜੀ, ਉੱਥੇ ਹੀ। ਬਾਕੀ ਉਹ ਅਜੇ ਮੰਨਦਾ ਆਂਦਾ ਇਹਨਾਂ ਸੰਤਾਂ ਦਾ ਕਸੂਰ ਹੀ ਕੋਈ ਨਹੀਂ, ਉਹ ਜੋ ਠੀਕ ਹੈ ਆਪਣਾ ਹੱਕ ਮੰਗਦੇ ਨੇ। ਇਹਨਾਂ ਦਾ ਫਿਰ ਅੱਜ ਤੱਕ ਰੈਫਾਈ ਲਾਉਂਦੇ ਨਹੀਂ ਸੰਤਾਂ ਦੇ ਖਿਲਾਫ। ਇਹ ਤੇ ਜਿਹੜਾ ਹਿੰਦੂ ਮੀਡੀਆ ਲਾ ਲਓ ਜਾਂ ਪੰਡਤ, ਇਹਨਾਂ ਦੀ ਸੋਚਣੀ ਇਹ ਰੌਲਾ ਪਾਈ ਜਾਂਦੇ ਨੇ। ਬਾਕੀ ਸੰਤਾਂ ਨੇ ਤੇ ਕਿਸੇ ਦੇ ਬਰਖਲਾਫ ਕੋਈ ਕਦੀ ਗੱਲ ਹੀ ਨਹੀਂ ਕੀਤੀ, ਆਪਣੇ ਹੱਕ ਲੈਣ ਤੋਂ ਬਗੈਰ। ਹੱਕ ਵੀ ਕਿਹੜੇ ਕੋਈ ਆਪਣੇ ਇਕੱਲੇ ਵਾਸਤੇ, ਉਹਦੇ ਵਿੱਚ ਹਿੰਦੂ ਵੀ ਨੇ, ਸਾਰੇ ਪੰਜਾਬੀ ਸਾਰੇ ਸੀ ਜੀ, ਕਾਰੋਬਾਰੀ ਸਾਰੇ ਸੀਗੇ। ਜਾਣਦੇ ਹੋ ਨਾ ਵੀ ਇਹ ਤੇ ਸਾਰੇ ਸਿੱਖਾਂ ਨੂੰ ਹੀ ਸਾਰੇ ਸਹੂਲਤਾਂ ਮਿਲਣੀਆਂ ਹੈ।
ਕਿੰਨੀ ਤਰੀਕ ਨੂੰ ਸ਼ਹਾਦਤ ਹੁੰਦੀ ਹੈ? ਇਹਨਾਂ ਦੀ 5 ਤਰੀਕ ਨੂੰ ਸਵੇਰੇ 5 ਤਰੀਕ ਨੂੰ ਸਵੇਰੇ। ਇਹਨਾਂ ਨੂੰ ਬਾਹਰ ਲੈ ਕੇ ਰੱਸੇ ਪਾ ਕੇ ਖਿੱਚ ਕੇ ਲਿਆਏ ਆ, ਠੁੱਡੇ ਵੀ ਮਾਰੇ ਨੇ। ਜਿੱਥੇ ਹੁਣ ਅਕਾਲ ਤਖਤ ਦੇ 2 ਨਿਸ਼ਾਨ ਸਾਹਿਬ ਨੇ, ਉਹਦੇ ਸਾਹਮਣੇ ਉਰੇ ਆਣ ਕੇ ਨੁੱਕਰ ਜਾਏ ਤੇ ਜਿੱਥੇ ਡਸਟਬਿਨ ਜਿਹਾ ਰੱਖਿਆ ਉਹ ਲਾਗੇ ਉੱਥੇ ਪਈ ਹੈ ਇਹਨਾਂ ਦੀ ਬੋਡੀ। ਬਦਸਲੂਕੀ ਕੀਤੀ ਆ, ਕੋਈ ਥੋੜੀ ਜਿਹੀ ਨਹੀਂ ਕੀਤੀ। ਫਿਰ ਉਸੇ ਟਾਈਮ ਤੇ ਜਦੋਂ ਦਰਬਾਰ ਸਾਹਿਬ ਖੁੱਲ੍ਹਦਾ, ਮਾਤਾ ਜੀ ਅਵਿਨਾਸ਼ੀ ਸਿੰਘ ਕੋਲ ਗਏ ਨੇ। ਉਹਨੇ ਆਖਿਆ ਵੀ ਬੇਟਾ ਇਦਾਂ ਤੂੰ ਆਪਣੀ ਸ਼ਬੇਕ ਦੀ ਡੈੱਡ ਬੋਡੀ ਪਛਾਣੀ ਆ? ਆਂਦਾ ਆਹੋ ਮਾਤਾ ਜੀ ਪਛਾਣੀ ਆ। ਆਂਦੇ ਕਿੱਡੇ ਸੀ? ਆਂਦਾ 6 ਫੁੱਟ। ਉਹਨੇ ਆਖਿਆ ਨਹੀਂ ਬੇਟਾ ਇਹ 6 ਫੁੱਟ ਤੇ ਨਹੀਂ। ਆਂਦਾ ਉਹ ਜਦੋਂ ਨਾ ਫਿਰ ਉਹਨਾਂ ਨੂੰ ਧੌਣ ਨੂੰ ਰੱਸਾ ਪਾ ਕੇ ਖਿੱਚਿਆ ਨਾ, ਫਿਰ ਉਹ ਵੱਧ ਗਿਆ ਹੋਣੇ ਆ। ਇਹ ਉਹਦੀ ਵਰਡਿੰਗ ਸੀ। ਕਿਹਨੇ ਕਿਹਾ ਇਹ ਗੱਲ? ਅਵਿਨਾਸ਼ੀ ਸਿੰਘ ਨੇ। ਉਹਨੇ ਆਖਿਆ ਪੁੱਤ ਤਾਂ ਨੂੰ ਮੂੰਹ ਕਰ, ਮੈਂ ਜੰਮਿਆ ਤੂੰ ਨਹੀਂ ਗਾ ਜੰਮਿਆ। ਤੂੰ ਕਹਿਣਾ ਇਹਨੂੰ ਟੋਟੇ ਕਰਕੇ ਕੁੱਤੇ ਅੱਗੇ ਪਾਤਾ। ਇਹਨੇ ਗੋਡਿਆਂ ਸਿਰ ਲੈ ਕੇ ਬੈਠਾ ਰਿਹਾ ਹੈ। ਇਹ ਇਹਨਾਂ ਦੀ ਕਿੰਨੇ ਚੰਗੇ ਹੋਏ ਸੀ, ਉਹਨਾਂ ਦਾ ਨਾਂ ਨਹੀਂ ਅੱਜ ਕੋਈ ਜਾਣਦਾ। ਸਿਰਫ ਸ਼ਹਾਦਤ ਦਰਬਾਰ ਸਾਹਿਬ ਦੇਣੀ, ਸਿੱਖੀ ਵਾਸਤੇ ਦੇਣੀ, ਕੌਮ ਲਈ ਦੇਣੀ, ਤਾਂ ਇਹਨਾਂ ਦਾ ਨਾਂ ਰੌਸ਼ਨ ਹੈ। ਦੇਸ਼ਾਂ ਵਿਦੇਸ਼ਾਂ 'ਚ ਹਰ ਛੋਟਾ ਵੱਡਾ ਹਰ ਕੋਈ ਇੱਜ਼ਤ ਕਰਦਾ। ਫਿਰ ਲਾਲਚ ਲਈ ਨਹੀਂ ਕੀਤਾ ਇਹਨਾਂ ਨੇ, ਆਪਣੇ ਲਾਲਚ ਲਈ ਨਹੀਂ ਕੀਤਾ, ਕੌਮ ਲਈ ਕੀਤਾ। ਸਭ ਤੋਂ ਵੱਡੀ ਗੱਲ ਇਹ ਆ। ਤੇ ਅਸੀਂ ਕਿਉਂ ਅੱਜ ਸਾਡੀ ਇੱਜ਼ਤ ਵੀ ਆ ਤੇ ਇਹਨਾਂ ਦੀ ਵਜ੍ਹਾ ਕਰਕੇ ਆ। ਮਾਂ ਦਾ ਦਿਲ ਬੜਾ ਹੁੰਦਾ, ਕਦੇ ਹੰਝੂ ਨਹੀਂ ਘੇਰਿਆ ਉਹਨਾਂ ਨੇ? ਰੱਬ ਕਰੋ ਜੀ, ਨਹੀਂ ਕਦੇ ਯਾਦ ਨਹੀਂ? ਇੱਕ ਕਦੇ ਯਾਦ ਉਹਨਾਂ ਚ ਦਾ ਬੰਦਾ ਨਾ ਉਹਨਾਂ ਜ਼ਿਆਦਾ ਸਿਮਰਨ ਤੇ ਹੁੰਦਾ ਹੈਗਾ। ਉਹ ਸਵੇਰੇ ਵੀ ਸ਼ਾਮ ਨੂੰ ਸਿਮਰਨ ਤੇ ਹੁੰਦੇ ਸੀ, ਮਤਲਬ ਕਿ ਇਸ ਪਾਸੇ ਨਹੀਂ ਆਉਂਦੇ। ਉਹਨਾਂ ਵੱਡੀ ਗੱਲ ਇਹ ਕਹੀ ਸੀ, ਦਰਬਾਰ ਸਾਹਿਬ ਜਦੋਂ ਗਏ ਨੇ ਮਹਾਰਾਜ ਦੇ ਅੱਗੇ ਅਰਦਾਸ ਕਰ ਲੈਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ। ਉਹਨੇ ਆਖਿਆ ਪਿਤਾ ਜੀ ਤਾਥੋਂ ਝੋਲੀ ਮੰਗ ਕੇ ਲਿਆ ਸੀ ਤੇ ਤੁਹਾਡੀ ਚੀਜ਼ ਤੁਹਾਨੂੰ ਦਿੱਤੀ ਆ। ਮੈਨੂੰ ਇਹ 'ਚ ਕੋਈ ਹੈ ਨਹੀਂ ਗਾ। ਇਹ ਮੈਂ ਬਹੁਤ ਕਰਮਾਂ ਵਾਲੀ ਹਾਂ ਜਿਹੜੇ ਇਹਨੇ ਸ਼ਹੀਦੀ ਇੱਥੇ ਤੁਹਾਡੇ ਚਰਨਾਂ 'ਚ ਪਾਈ ਆ। ਇਹ ਕਿਹਾ ਗਿਆ ਕਿ 71 ਦੀ ਜੰਗ ਹੈ, 65 ਦੀ ਜੰਗ ਹੈ, ਵਿਰੋਧੀਆਂ ਦਾ ਸਤਿਕਾਰ ਵੀ ਕਰਦੇ ਸੀਗੇ ਬਹੁਤ। ਹਾਂਜੀ। ਕਿ ਜੰਗ ਹੁੰਦੀ ਹੈ, ਜੰਗ ਦੇ ਰੂਲਸ ਹੁੰਦੇ ਹੈ। ਕਦੇ ਕਿਸੇ ਦੇ ਨਾਲ ਵਿਰੋਧੀ ਫੌਜੀ ਦੇ ਨਾਲ ਕਦੇ ਉਸ ਤਰ੍ਹਾਂ ਦਾ ਵਰਤਾਰਾ ਨਹੀਂ ਕੀਤਾ ਸੀਗਾ। ਪਰ ਜਦੋਂ ਆਪਣੀ ਤੇ ਆਈ ਔਰ ਉਸੇ ਫੌਜ ਦੇ ਵਿੱਚ ਜਦੋਂ ਤੁਸੀਂ ਇੰਨੇ ਸਾਲ ਜਿਸ ਦੇਸ਼ ਵਾਸਤੇ ਸੇਵਾ ਕੀਤੀ ਹੋਵੇ, ਇਹੋ ਜੀ ਦੁਰਗਤੀ ਕਰਨੀ, ਤੁਹਾਨੂੰ ਲੱਗਦਾ ਕਿ ਅੱਜ ਕੌਮ ਨੂੰ ਵੀ ਇਹ ਗੱਲਾਂ ਮਹਿਸੂਸ ਹੁੰਦੀਆਂ? ਵੇਖੋ ਦਰਬਾਰ ਸਾਹਿਬ ਤੇ ਇਹਨਾਂ ਕਰਵਾਇਆ ਤੇ ਆਪਣੇ ਆ। ਗੌਰਮੈਂਟ ਵੇਖੋ ਫੌਜ ਨੂੰ ਆਰਡਰ ਮਿਲਿਆ, ਫੌਜ ਨੇ ਤੇ ਆਪਣਾ ਫਰਜ਼ ਪਾਲਣਾ।
ਠੀਕ ਹੈ ਜੀ। ਜਿਹੜੇ ਪਹਿਲਾਂ ਡੀਸੀ ਸੀ ਉਹਨਾਂ ਰਿਜ਼ਾਈਨ ਕੀਤਾ ਕਿ ਮੈਂ ਇਹ ਕੰਮ ਨਹੀਂ ਕਰਨਾ, ਜੀ। ਜਿਹਦੇ 'ਚ ਅਣਖ ਸੀਗੀ। ਹੋਰ ਇੱਕ ਜਰਨੈਲ ਸੀ, ਉਹਨੇ ਵੀ ਕਿਹਾ ਮੈਂ ਇਹ ਕੰਮ ਨਹੀਂ ਕਰਨਾ। ਇਹ ਜਿਹੜੇ ਬੇਅਣਖੇ ਲੋਕ ਨੇ, ਸਰਦਾਰ ਨਾ ਹੁੰਦੇ ਰਿਜ਼ਾਈਨ ਕਰ ਦਿੰਦੇ ਤੇ ਇਹਨਾਂ ਦੀ ਇੱਜ਼ਤ ਮਾਰ ਹੁੰਦੀ। ਅੱਜ ਉਹਨਾਂ ਦੀ ਇੱਜ਼ਤ ਕੀ ਆ? ਬਰਾੜ ਦਿਆਲ ਦੀ ਕੀ ਇੱਜ਼ਤ ਆ? ਬਾਹਰ ਜਾਂਦੇ ਆ ਛਿੱਤਰ ਪੈਂਦੇ ਆ, ਇੱਥੇ ਬਦਨਾਮੀ ਹੁੰਦੀ ਆ। ਲਿਖਣ ਨੂੰ ਜੋ ਮਰਜ਼ੀ ਕਿਤਾਬਾਂ ਲਿਖੀ ਜਾਣ, ਜੋ ਨਾਮਨਾ, ਜੋ ਇਤਮਾਨ ਸੰਤ ਜੀ ਜਾਂ ਉਹਨਾਂ ਦੇ ਨਾਲ ਦੇ ਪੈਰੋਕਾਰ ਜਿਹੜੇ ਉਹ ਖੱਟ ਗਏ ਨੇ, ਇਹਨਾਂ ਨੂੰ ਇਹ ਲਾਹਨਤਾਂ ਪੈਣੀਆਂ ਰਹਿਣੀਆਂ। ਇੰਡੀਅਨ ਗਵਰਨਮੈਂਟ ਨੇ, ਇੰਡੀਅਨ ਜਦੋਂ ਆਰਮੀ ਨੂੰ ਹੁਕਮ ਕੀਤਾ ਤਾਂ ਉਹਨਾਂ ਦੇ ਮੰਨਣਾ ਹੀ ਪੈਣਾ ਸੀ। ਇਹ ਕਰਕੇ ਸਾਨੂੰ ਉਹਦੇ ਇਤਰਾਜ਼ ਨਹੀਂਗਾ। ਉਹ ਤੇ ਉਹਨਾਂ ਦਾ ਫਰਜ਼ ਬਣਦਾ, ਉਹਨਾਂ ਕਰਨਾ ਹੀ। ਉਹਨਾਂ ਕੰਨ ਹੀ ਇੰਨੇ ਭਰ ਦਿੱਤੇ ਸੀ ਕਿ ਦਰਬਾਰ ਸਾਹਿਬ ਆਹ ਹੁੰਦਾ ਜੀ, ਦਰਬਾਰ ਸਾਹਿਬ ਉਹ ਹੁੰਦਾ। ਹੁਣ ਸੁਣੀ ਸੁਣਾਈ ਗੱਲ ਤੇ ਆਰਮੀ ਨੇ ਕਹਿਣਾ ਹੀ ਆ ਕਿ ਉੱਥੇ ਬਦਤਮੀਜ਼ੀਆਂ ਹੁੰਦੀਆਂ, ਉੱਥੇ ਗੰਦ ਪਿਆ ਜੀ, ਆਹ ਆ। ਹੁਣ ਅਸਲੀਅਤ ਨੂੰ ਤੇ ਜਾਣਦੇ ਨਹੀਂ ਉਹ ਲੋਕ। ਫਿਰ ਸਾਡੇ ਜਿਹੜਾ ਮਹਾਰਾਜ ਦਾ ਸਥਾਨ ਆ, ਜੁੱਤੀ ਲਾ ਕੇ ਜਾਣੀ ਆ, ਪੈਰ ਧੋ ਕੇ ਜਾਣਾ, ਸਿਰ ਨਵਾਉਣਾ ਹੈ, ਉਹਨਾਂ ਲੋਕਾਂ ਨੇ ਕਿਉਂ? ਤੇ ਆਰਮੀ ਆਈ ਬੂਟਾਂ ਥੜੇ ਜੋ ਕਰਨਾ ਕਰੀ ਗਿਆ। ਇਹ ਕਰ ਉਹਨਾਂ ਦੇ ਹੁਕਮ ਉਤੋਂ ਮਿਲਿਆ, ਉਹਨਾਂ ਦਾ ਇੰਨਾ ਦੋਸ਼ ਨਹੀਂ ਗਾ। ਦੋਸ਼ ਹੀ ਆ ਜਿਹੜਾ ਜਿਹਨੇ ਕਰਵਾਇਆ, ਜ਼ਿੰਮੇਵਾਰ ਆ ਜਿੰਨੇ ਬੰਦੇ ਨੇ, ਉਹ ਜ਼ਿੰਮੇਵਾਰ ਨੇ। ਫੌਜੀ ਜ਼ਿੰਮੇਵਾਰ ਨਹੀਂ ਜਿਹਨਾਂ ਆਰਮੀ। ਅਸਲਾ ਔਰ ਇਹ ਸਾਰੀਆਂ ਚੀਜ਼ਾਂ ਫਿਰ ਕਿੱਥੋਂ ਆਈਆਂ? ਕੀ ਇਹ ਅਸਲਾ ਇਹਨਾਂ ਕੋਲ ਕੀ ਸੀਗਾ ਭਾਜੀ? ਇਹਨਾਂ ਅਸਲਾ ਦੇ ਤੁਸੀਂ ਕੋਈ ਸਮਗਲਰਾਂ ਕੋਲ ਚੱਲ ਜਾਓ, ਉਹਨਾਂ ਕੋਲ ਹੈਗਾ। ਬਾਈ ਹੋਰ ਕਿਤੇ ਫਾਰਮਾਂ 'ਚ ਉਹਨਾਂ ਕੋਲ ਵੀ ਹੈਗੇ ਨੇ। ਇਹਨਾਂ ਕੋਲ ਅਸਲਾ ਕਿਤੇ ਕਿਨੇ? ਇਹਨਾਂ ਕੋਲ ਜੇ ਅਸਲਾ ਹੁੰਦਾ ਤੇ ਟੈਂਕ ਤੋਂ ਅੰਦਰ ਵਾੜ ਦਿੰਦੇ। ਚਲਾਉਣੀਆਂ ਤੇ ਬੰਦੇ ਨੇ ਹੀ ਚਲਾਉਣੀ, ਦੱਸਣੀ ਤੇ ਭਾਜੀ ਨੇ ਦੱਸਣਾ ਸੀ ਕਿ ਇੱਦਾਂ ਇੱਦਾਂ ਚੱਲਦੀਆਂ। ਫਿਰ ਇਹਨੇ ਜ਼ਰੂਰਤ ਹੈਗੀ। ਇਹ ਤੇ ਅਸਲਾ ਕੀ ਹੁੰਦਾ? 315 ਹੋ ਗਈ, ਸਟੇਨ ਗਨਾਂ ਹੋ ਗਈਆਂ, ਦੂਸਰੀਆਂ ਤੇ ਇਸੀਆਂ ਗੱਲਾਂ ਛੋਟੀਆਂ ਬੰਦੂਕਾਂ ਨਾਲ ਲੜਾਈ ਲੜੀ ਹੈ। ਕੋਈ ਵੱਡੀਆਂ ਹੁੰਦੀਆਂ ਤੇ ਅੰਦਰ ਆ ਜਾਂਦੇ। ਤੁਹਾਡੀ ਸੰਤਾਂ ਨਾਲ ਕਿੰਨੇ ਕੁ ਵਾਰ ਮੁਲਾਕਾਤ ਹੋਈ ਹੈ? ਮੇਰੀ 3-4 ਵਾਰ, 3 ਵਾਰ। ਕਿਸ ਮੌਜੂ ਤੇ ਗੱਲਬਾਤ ਹੋਈ ਹੈ? ਮੌਜੂ ਤੇ ਨਹੀਂ ਹੁੰਦੀ। ਇੱਕ ਵਾਰੀ ਇਹ ਬਿਮਾਰ ਹੋ ਗਿਆ ਸੀ ਤੇ ਚੰਡੀਗੜ੍ਹ ਚਲੇ ਗਏ ਆਰਮੀ ਹਸਪੀਟਲ 'ਚ ਭਾਜੀ। ਤੇ ਮੈਂ ਆਖਿਆ ਜੀ ਮੈਂ ਸੰਤ ਜੀ ਜਾਣਾ ਪਤਾ ਲੈਣ ਲਈ, ਤੇ ਦੱਸੋ। ਮੈਂ ਉੱਥੇ ਚੱਲਿਆ। ਆਂਦੇ ਬਹਿ ਜਾ। ਮੈਂ ਬਹਿ ਗਿਆ। 10 ਮਿੰਟ ਮਗਰੋਂ ਉਹਨਾਂ ਪੈਸੇ ਪੂਹੇ ਕੱਢੇ ਆ ਜੇਬ 'ਚੋਂ ਕਿ ਹੋਰ ਖਾਲਸੇ ਦਿੱਤੇ। ਇਹਨੂੰ ਆਖਿਆ ਇਹਨੂੰ ਫੜਾ ਦਿਓ। ਮੈਂ ਸੰਤ ਜੀ ਮੇਰੇ ਵਾਸਤੇ ਦੀ ਗੱਲ ਨਹੀਂ, ਤੁਹਾਨੂੰ ਪਤਾ ਉਹਦੇ ਸੁਭਾਅ ਦਾ, ਐਵੇਂ ਬੇਇੱਜ਼ਤੀ ਕਰੂਗਾ ਮੇਰੀ। ਮੇਰੇ ਵਾਸਤੇ ਦੀ ਗੱਲ ਨਹੀਂ, ਤੁਸੀਂ ਨਾਲ ਕੋਈ ਬੰਦਾ ਘਲਾ ਦਿਓ ਜਾਂ। ਉਹਨੇ ਆਖਿਆ ਨਹੀਂ ਬੇਅੰਤ ਤੂੰ ਲੈ ਕੇ ਜਾ। ਮੈਂ ਤੈਨੂੰ ਕਿਹਾ ਜੀ ਲੈ ਕੇ ਜਾ। ਜਿੱਦਾਂ ਪਹਿਲਾਂ ਤਾਂ ਹੌਲੀ ਬੋਲ ਲੈਂਦੇ, ਮੁੜ ਕੇ ਤੁਹਾਨੂੰ ਪਤਾ ਉਹਨਾਂ ਦੀ ਬੋਲੀ ਦਮ ਬੜਾ ਸੀ। ਤੂੰ ਲੈ ਕੇ ਜਾ। ਮੈਂ ਚੰਗਾ ਜੀ। ਫਿਰ ਮਾਤਾ ਜੀ ਆਂਦੇ ਤੂੰ ਲੈ ਜਾ, ਕੋਈ ਗੱਲ ਨਹੀਂ। ਮੈਂ ਜੋ ਮਾਤਾ ਨੇ ਦੱਸਿਆ ਨਾ ਕਿ ਇੱਦਾਂ ਇੱਦਾਂ, ਤਾਂ ਆਂਦੇ ਜਾ ਕੋਈ ਗੱਲ ਨਹੀਂ। ਫਿਰ ਅਸੀਂ ਮਾਤਾ ਜੀ ਤੇ ਅਸੀਂ ਦੋਵੇਂ ਚੰਡੀਗੜ੍ਹ ਗਏ ਹਸਪੀਟਲ। ਤੇ ਜਦੋਂ ਮੈਂ ਰੱਖਣ ਲੱਗਾ ਕੁਛ ਇਹ ਕੀ ਆ, ਮੈਂ ਕਿਹਾ ਜੀ ਸੰਤਾਂ ਨੇ ਆ ਭੇਜਿਆ। ਤੇ ਮਾਤਾ ਜੀ ਕਹਿੰਦੇ ਚੁੱਪ ਕਰਕੇ ਸ਼ਬੇਗ ਚੁੱਪ ਕਰ, ਜੋ ਭੇਜਿਆ ਇਹਨੂੰ ਰਹਿਣ ਦੇ। ਜਦੋਂ ਠੀਕ ਹੋ ਜਾਏਗਾ, ਦਰਬਾਰ ਸਾਹਿਬ ਜਾਏਗਾ, ਉਹਨਾਂ ਨੂੰ ਮਿਲੇਗਾ ਨਾ, ਤੇ ਮੈਨੂੰ 50 ਪੈਲੀ ਦਾ ਠੇਕਾ ਆਉਣਾ, ਜੋ ਸਰਦਾ ਬੰਦਾ ਵਿੱਚ ਹੋਰ ਪਾ ਕੇ ਤੇ ਉਹਨਾਂ ਦੀ ਚਰਨੀ ਰੱਖਦੀ। ਇਹ ਹੁਣ ਉਹਨਾਂ ਦਾ ਕਿਹਾ ਤੇ ਨਹੀਂ ਹੈ ਮੋੜ ਸਕਦਾ। ਇਹ ਕਰਕੇ ਬੜਾ ਉਹਨਾਂ ਦਾ ਸਖਤ ਸੁਭਾਅ ਸੀ। ਮਿਲਣਸਾਰ ਵੀ ਸੀਗੇ ਤੇ ਹੁਕਮ ਵੀ ਕਰਦੇ ਸੀ। ਫਿਰ ਇੱਕ ਵਾਰੀ ਮਾਤਾ ਜੀ ਨਾਲ ਮੈਂ ਫਲੈਟ ਲੈ ਕੇ ਆਇਆ ਪਾਕਿਸਤਾਨ ਤੋਂ। 84 ਤੋਂ ਪਹਿਲਾਂ ਹੀ 1-2 ਜਥਾ ਗਿਆ ਆਪਣਾ, ਜੂਨ ਤੋਂ ਪਹਿਲਾਂ 3 ਮਹੀਨੇ। ਤੇ ਮਾਤਾ ਆਂਦੀ ਹੈ ਵੀ ਮੈਂ ਸੰਤਾਂ ਨੂੰ ਦੇ ਆਵਾਂ ਕੱਪੜਾ ਜਿਹੜਾ। ਮੈਂ ਕਿਹਾ ਜੀ ਦੇ ਦਿਓ, ਹੋਰ ਕੀ ਚਾਹੀਦਾ। ਪੌੜੀਆਂ ਚੜ੍ਹ ਕੇ ਨਾਨਕ ਨਿਵਾਸ ਦੇ ਉੱਤੇ ਗਏ ਆ ਤੇ ਮੰਜੇ ਤੇ ਬੈਠੇ ਨੇ। ਆਂਦੇ ਉਹ ਮੇਰੀ ਮਾਤਾ ਆਈ ਆ, ਮਾਂ ਆਈ ਆ, ਮੇਰੇ ਲਈ ਝੱਗਾ ਲੈ ਕੇ ਆਈ ਹੈ, ਨਾਲ ਸਵਾਈ ਹੋਈ। ਹਾਲਾਂਕਿ ਉਸ ਵੇਲੇ ਨੂੰ ਚੇਤੇ ਕਰਦਿਆਂ ਸਰਦਾਰ ਬੇਅੰਤ ਸਿੰਘ ਦੀ ਧਰਮ ਪਤਨੀ ਭਾਵੁਕ ਹੋ ਗਏ। ਉਹਨਾਂ ਨੇ ਵੀ ਡੇਲੀ ਪੋਸਟ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਜਦੋਂ ਦਰਬਾਰ ਸਾਹਿਬ ਤੇ ਫੌਜ ਚੜੀ ਹੈ ਉਸ ਦਿਨ ਤੁਸੀਂ ਉੱਥੇ ਸੀਗੇ? ਹਾਂਜੀ, ਅਸੀਂ 1 ਤਰੀਕ ਨੂੰ ਉੱਥੇ ਸੀਗੇ। 1 ਨੂੰ CRP ਨੇ ਗੋਲੀ ਚਲਾਈ, ਉਦੋਂ ਵੀ ਅਸੀਂ ਉੱਥੇ ਸੀਗੇ। ਮੇਰਾ ਬੇਟਾ ਸੀ, ਮੇਰਾ ਬੇਟਾ, ਮੇਰੀ ਸੱਸ, ਮਤਲਬ ਮੇਰੇ ਮਾਂ ਜੀ, ਸਾਡੀ ਮਾਂ ਜੀ ਕਹਿੰਦੇ ਸੀਗੇ ਮਦਰ ਆਨਲਾਈਨ। ਤੇ ਉਹ ਸੀ ਤੇ ਅਸੀਂ ਸੀ। ਮਾਂ ਜੀ ਵੀ ਆਪਣੇ ਭੈਣ ਜੀ ਸੀ ਵੱਡੇ ਸਾਡੇ, ਜਠਾਣੀ ਜੀ। ਹਾਂਜੀ, ਜਨਰਲ ਸਾਹਿਬ ਦੇ ਜਿਹੜੇ ਮਿਸਿਸ ਸੀਗੇ ਉਹ ਵੀ ਨਾਲ ਹੀ ਸੀਗੇ ਉੱਥੇ? ਹਾਂਜੀ। ਤੇ ਉਹ ਉੱਥੇ ਹੀ ਸੀਗੇ? ਫਿਰ ਉਹ ਪੱਕੇ ਉੱਥੇ ਹੀ ਰਹਿਣ ਲੱਗੇ ਸੀਗੇ ਅੰਦਰ ਹੀ ਉਹਨਾਂ ਦਿਨਾਂ 'ਚ? ਨਹੀਂ, ਉਹਨਾਂ ਇੱਕ ਕਮਰਾ ਲਿਆ ਸੀਗਾ, ਸਰਾਂ 'ਚ ਕਮਰਾ ਮਿਲਿਆ ਸੀਗਾ ਭਾਜੀ ਨੂੰ। ਮੇਰਾ ਬੇਟਾ ਵੀ 1 ਮਹੀਨਾ ਹੋ ਗਿਆ ਉੱਥੇ ਗਿਆ ਸੀ, ਭੈਣ ਜੀ ਵੀ ਉੱਥੇ ਸੀਗੇ।
ਤੇ ਜਿਹੜੇ ਤੁਹਾਡੇ ਮਾਂ ਜੀ ਜਿਹੜੇ ਸੀਗੇ ਉਹ ਵੀ ਉੱਥੇ ਹੀ ਰਹਿੰਦੇ ਸੀ? ਨਹੀਂ ਨਹੀਂ, ਉਹ ਨਹੀਂ ਉੱਥੇ ਰਹਿੰਦੇ ਸੀ, ਉਹ ਤੇ ਸਾਡੇ ਨਾਲ ਮੇਰੇ ਨਾਲ ਗਏ ਸੀਗੇ ਉਸ ਦਿਨ। ਉਸ ਦਿਨ ਨਾਲ ਗਏ ਸੀ ਪਹਿਲੀ ਤੁਹਾਡੇ? ਤਰੀਕ ਨੂੰ ਗਏ ਸੀਗੇ, ਪਹਿਲੀ ਤਰੀਕ ਨੂੰ। ਫਿਰ ਉਹ ਤੁਸੀਂ ਕਿਹੜੇ ਦਿਨ ਵਾਪਸ ਕਦੋਂ ਆਏ ਹੋ? ਅਸੀਂ 3 ਨੂੰ ਸਵੇਰੇ ਨਿਕਲੇ। ਭਾਈ ਨੂੰ, ਉਹ ਵੀ ਸਾਨੂੰ ਭਾਈ ਨੇ ਕਿਹਾ ਚਲੇ ਜਾਓ ਤੁਸੀਂ, ਇੱਥੇ ਕਰਫਿਊ ਲੱਗ ਜਾਣਾ, ਬੱਸਾਂ ਵੀ ਬੰਦ ਹੋ ਜਾਣੀਆਂ, ਸਾਰਾ ਕੁਝ, ਤੇ ਤੁਸੀਂ ਚਲੇ ਜਾਓ। ਮੇਰਾ ਹੋ ਸਕਿਆ ਤੇ ਮੈਂ ਆ ਜਾਊਂਗਾ, ਨਹੀਂ ਤੇ ਪਤਾ ਨਹੀਂ ਕੋਈ ਪੱਕਾ। ਸਾਡੇ ਨਾ ਪਿੰਡ 6 ਤਰੀਕ ਨੂੰ ਚੌਂਕੀ ਸਾਹਿਬ ਆਉਂਦੀ ਸੀਗੀ ਇੱਥੇ ਛਾਟਾ ਸਾਹਿਬ ਗੁਰਦੁਆਰੇ, ਆਪਣਾ ਕਿਹੜਾ ਬਰਾੜੀਆਂ, ਬਰਾੜੀ ਉੱਥੇ ਅੰਮ੍ਰਿਤਸਰ ਤੋਂ ਚੱਲ ਕੇ ਨਾ ਚੌਂਕੀ ਸਾਹਿਬ ਆਉਂਦੀ ਸੀ, ਤੇ ਉਹਦੇ ਕਰਕੇ ਫਿਰ ਅਸੀਂ ਇੰਤਜ਼ਾਮ ਕਰਦੇ ਚਾਹ ਪਾਣੀ ਦਾ ਸਾਰਾ ਪਿੰਡ ਵਿੱਚ। ਤੇ ਤੁਹਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਇੰਨਾ ਵੱਡਾ ਹਮਲਾ ਹੋ ਜਾਣਾ ਔਰ ਇਹ ਸਭ ਕੁਝ ਹੋ ਜਾਣਾ? ਇਹ ਨਹੀਂ ਸੀ ਪਤਾ, ਕੁਛ ਨਹੀਂ ਸੀ ਪਤਾ। 1 ਤਰੀਕ ਨੂੰ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ, ਪਹਿਲੀ ਸ਼ਹਾਦਤ 1 ਤਰੀਕ ਨੂੰ ਹੁੰਦੀ, ਉਹ ਫਿਰ ਤੁਸੀਂ ਉੱਥੇ ਸੀ, ਤੁਹਾਨੂੰ ਆਵਾਜ਼ਾਂ ਸੁਣੀਆਂ, ਦੇਖਿਆ? ਆਵਾਜ਼ਾਂ ਸੁਣੀਆਂ ਜੀ, ਔਰ ਅਸੀਂ ਲੰਗਰ ਹਾਲ 'ਚ ਬੈਠੇ ਸੀਗੇ। ਤੇ ਮੇਰਾ ਬੇਟਾ ਵੀ ਮੇਰੇ ਨਾਲ ਸੀ, ਉਹਨੂੰ ਤਾਂ ਗੁੱਸਾ ਚੜਦਾ ਸੀ, 11 ਕੁ ਸਾਲ ਦਾ ਸੀ, ਮੈਨੂੰ ਵੀ ਕਿਸ ਤਰ੍ਹਾਂ ਛੱਡਣ ਬਾਹਰ, ਮੈਂ ਵੀ ਜਾ ਕੇ ਦੇਖਾਂ ਕਰਾਂ, ਬਹੁਤ ਹੈਗਾ ਸੀ। ਭਾਜੀ ਹਰੀ ਉਦੋਂ ਉੱਥੇ ਸੀਗੇ ਕਮਰੇ ਆਪਾਂ, ਪਹਿਲਾਂ ਤੇ ਇਹਨਾਂ ਦੀ 1 ਦਿਨ ਪਹਿਲਾਂ ਅਸੀਂ ਪਹਿਲਾਂ ਚਲੇ ਗਏ ਸੀਗੇ, ਪਹਿਲੀ ਤਰੀਕ ਨੂੰ ਨਾ 1 ਦਿਨ ਪਹਿਲਾਂ ਗਏ ਸੀਗੇ। ਤੇ ਉਸ ਦਿਨ ਇਹਨੂੰ ਬੇਟੇ ਮੇਰੇ ਨੂੰ ਅਸੀਂ ਕਿਹਾ ਸੀ ਪਗੜੀ ਸੰਤਾਂ ਤੋਂ ਬਣਵਾਵਾਂਗੇ, 11 ਸਾਲ ਦਾ ਸੀ, ਤੇ ਅਸੀਂ ਪੱਗ ਲੈ ਕੇ ਗਏ ਸੀ। ਅਸੀਂ ਕਿਹਾ ਪੱਗ ਉਹਨਾਂ ਕੋਲ ਬਣਵਾਉਣੀ ਆ ਅਸੀਂ, ਤੇ ਭਾਈ ਨੇ ਕਿਹਾ ਚਲੋ ਪਹਿਲੀ ਨੂੰ ਕਰਦੇ ਆ ਆਪਾਂ। ਉਹ ਪਹਿਲੀ ਤਰੀਕ ਨੂੰ ਇਹਨਾਂ ਦੀ ਮੀਟਿੰਗ ਸੀ ਭਾਜੀ ਲੌਂਗੋਵਾਲ ਤੇ ਇਹਨਾਂ ਦੇ ਟੋਰਾ ਸਾਹਿਬ ਭਾਜੀ ਦੀ। ਪਿੰਡ ਉਹਨਾਂ ਕੋਲ ਤੇ ਮਤਲਬ ਹਥਿਆਰ ਗੋਲਾ ਬਾਰੀ ਇਦਾਂ ਸੀਗੇ, ਬੰਬ ਸੀ, ਕਈ ਕੁਛ ਸੀਗਾ ਵੀ, ਬਹੁਤ ਸੀਗਾ, ਬਹੁਤ ਟੈਨਸ਼ਨ ਸੀ, ਬਹੁਤ ਮਤਲਬ ਕਿਸੇ ਨਾਲ ਬੋਲਦੇ ਨਹੀਂ ਸੀਗੇ, ਬਹੁਤ ਜ਼ਿਆਦਾ ਨਾ ਚੁੱਪ ਜੇ ਸੀਗੇ। ਮਾਂ ਨਾਲ ਕੀ ਗੱਲ ਕੀਤੀ, ਕੁਛ ਯਾਦ ਹੈ? ਉਹਨਾਂ ਨਾਲ ਕੋਈ ਗੱਲਬਾਤ ਹੋਈ ਹੋਵੇ, ਤੁਹਾਡੇ ਯਾਦ ਹੋਵੇ ਕੁਝ ਜ਼ਿਹਨ 'ਚ? ਨਹੀਂ, ਕੋਈ ਖਾਸ ਗੱਲ ਨਹੀਂ ਕੀਤੀ, ਉਹ ਤੇ ਆਪਣੀਆਂ ਗੱਲਾਂ 'ਚ ਅਸੀਂ ਉੱਧਰ ਹੀ ਵਿਜੇ ਸੀਗੇ। ਬਸ ਇੰਨਾ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਜਾ ਕੇ ਚੌਂਕੀ ਸਾਹਿਬ ਦੀ ਸੇਵਾ ਕਰੋ, ਹੋ ਸਕਿਆ ਜੇ ਪ੍ਰਮਾਤਮਾ ਦਾ ਹੋਇਆ ਹੁਕਮ ਤੇ ਮੈਂ ਆ ਜਾਊਂਗਾ, ਨਹੀਂ ਤੇ ਪਤਾ ਨਹੀਂ ਕੁਛ ਕੀ। ਫਿਰ ਉਹ ਆਖਰੀ ਵਾਰੀ ਮਿਲੇ ਉਦੋਂ? ਹਾਂਜੀ, ਉਹ ਆਖਰੀ ਵਾਰੀ ਮਿਲੇ ਸਾਨੂੰ 3 ਤਰੀਕ ਨੂੰ ਸਵੇਰੇ, ਸਾਨੂੰ ਆਖਰੀ ਵਾਰ ਮਿਲਿਆ ਬਸ। ਪਰ 1 ਤਰੀਕ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਕਿ ਲੰਗਰ ਹਾਲ ਤੋਂ ਤੁਸੀਂ ਕਮਰੇ 'ਚ ਆਏ, ਫਿਰ 2 ਤਰੀਕ ਪੂਰਾ ਦਿਨ ਤੁਸੀਂ ਉਸੇ ਕਮਰੇ 'ਚ ਹੀ ਰਹੇ? ਹਾਂਜੀ, 2 ਨੂੰ ਅਸੀਂ ਉੱਥੇ ਹੀ ਰਹੇ ਕਮਰੇ, ਪੂਰਾ ਦਿਨ ਕਮਰੇ 'ਚ ਰਹੇ। ਫਿਰ 3 ਨੂੰ ਉਹਨਾਂ ਨੇ ਉੱਥੋਂ ਤੁਹਾਨੂੰ ਬਾਹਰ ਕੱਢਤਾ? ਸਵੇਰੇ ਉਹਨਾਂ ਸਾਨੂੰ ਕਿਹਾ ਤੁਸੀਂ ਚਲੇ ਜਾਓ, ਪਰ 3 ਨੂੰ ਕਰਫਿਊ ਲੱਗ ਜਾਂਦਾ ਬਾਅਦ 'ਚ। 1 ਦੀ ਬੱਸ ਹੀ ਗਈ ਸਾਡੇ ਪਿੰਡ ਨੂੰ, ਜਿੱਦੇ ਅਸੀਂ ਚਲੇ ਗਏ, ਉਸ ਤੋਂ ਬਾਅਦ ਤੇ ਕੋਈ ਬੱਸ ਨਹੀਂ ਗਈ। ਬਹੁਤ ਮੁੜ ਕੇ ਤੇ ਬਸ 4 ਨੂੰ ਤੇ ਜ਼ਿਆਦਾ ਕੰਮ ਸ਼ੁਰੂ ਹੋ ਗਿਆ ਸੀ। 4-5 ਪਿੰਡ ਸਾਡੇ ਇੰਨੀਆਂ ਆਵਾਜ਼ਾਂ ਆਉਂਦੀਆਂ ਸੀ, ਜੋ ਚੱਲਦਾ ਸੀ ਨਾ, ਧਮਾਕੇ ਹੋਣ ਡਏ ਸੀ, ਲਾਈਟਾਂ ਰਾਤ। ਤੁਸੀਂ 3 ਨੂੰ ਪਿੰਡ ਚਲੇ ਗਏ ਸੀ? 3 ਨੂੰ ਇਸ ਪਿੰਡ ਚਲੇ ਗਏ ਸੀ। ਔਰ ਜਿਹੜੇ ਮਾਂ ਜੀ ਸੀਗੇ ਉਹ ਵੀ ਪਿੰਡ ਤੁਹਾਡੇ ਨਾਲ ਵਾਪਸ ਆ ਗਏ ਸੀ ਉੱਥੋਂ, ਜਾਂ ਉੱਥੇ ਹੀ ਰਹੇ? ਨਹੀਂ, ਮਾਂ ਜੀ ਵੀ ਚਲੇ ਗਏ ਸੀ, ਸਾਡੇ ਮਤਲਬ ਭੈਣ ਜੀ ਵੀ, ਜਠਾਣੀ ਮੇਰੀ, ਉਹ ਵੀ ਚਲੇ ਗਏ, ਉਹ ਵੀ ਉੱਥੋਂ ਨਿਕਲੇ ਆਏ ਸੀਗੇ? ਹਾਂਜੀ, ਸਾਰੇ ਚਲੇ ਗਏ ਸੀ ਪਿੰਡ। ਤੇ ਭਾਈ ਸਾਹਿਬ ਦੇ ਜਿਹੜੇ ਪੁੱਤਰ ਸੀਗੇ ਉਹ ਬਾਹਰ ਸੀਗੇ ਜਾਂ ਉਹ ਬਾਹਰ ਸੀਗੇ? ਉਹ ਉੱਥੇ ਸੀਗੇ, ਆਪਾਂ ਦੇਹਰਾਦੂਨ ਸੀਗੇ, ਜਿੱਥੇ ਆਰਮੀ ਜੌਬ ਸੀ ਨਾ ਕਰਦੇ ਸੀ। ਉਦੋਂ ਹਾਲੇ ਉਹ ਆਰਮੀ 'ਚ ਹੀ ਸੀਗੇ? ਹਾਂਜੀ, ਆਰਮੀ। ਉਹ ਆਪਣੀ ਨੌਕਰੀ ਕਰ ਰਹੇ ਸੀ ਹਾਲੇ ਆਰਮੀ 'ਚ? ਹਾਂਜੀ ਹਾਂਜੀ। ਉਹ ਤੇ ਵੱਡਾ ਬੇਟਾ ਫਿਰ ਸਾਨੂੰ ਲੈ ਕੇ ਗਿਆ, ਅਸੀਂ ਇੱਥੇ ਸੀਗੇ, ਇਹਨਾਂ ਨੂੰ ਤੇ ਪਤਾ ਹੀ ਨਹੀਂ ਸੀ ਸਾਡਾ ਵੀ ਇਹ ਜਿਉਂਦੇ ਆ ਜਾਂ ਕੀ ਆ, ਜਾਂ ਇਹਨਾਂ ਇਸ ਖਬਰਾਂ ਹੀ ਮਾੜੀਆਂ ਮੋਟੀਆਂ ਸੁਣਦੇ ਸੀ ਜੋ ਵੀ ਆ। ਉਦੋਂ ਸਾਰਾ ਕੁਝ ਤੇ ਬੰਦ ਹੋ ਗਿਆ ਸੀ, ਨਾ ਕੋਈ ਚਿੱਠੀ, ਨਾ ਕੋਈ ਪੱਤਰ, ਨਾ ਕੋਈ ਟੈਲੀਫੋਨ ਵੀ ਇੰਨੇ ਖਾਸ ਨਹੀਂ ਸੀ ਹੈਗੇ ਉਦੋਂ ਤੋਂ, ਨਹੀਂ ਤੇ ਕੁਛ ਵੀ ਨਹੀਂ ਸੀਗਾ, ਸਾਰਾ ਕੁਝ ਹੀ ਬੰਦ ਸੀਗਾ। ਫਿਰ ਇਹਨਾਂ ਨੂੰ 22 ਦਿਨ ਬਾਅਦ ਹੀ ਸਾਡਾ ਪਤਾ ਲੱਗਾ ਵੀ ਇਹ ਹੈਗੇ, ਨਹੀਂ ਤੇ ਆਪਣੇ ਵੱਲੋਂ ਇਹਨਾਂ ਨੂੰ ਇਸ ਵੀ ਉਹ ਵੀ ਖਤਮ ਹੋ ਗਿਆ ਵਿੱਚ। ਤੁਹਾਡਾ ਵੀ ਨਹੀਂ ਪਤਾ? ਨਹੀਂ, ਸਾਡਾ ਨਹੀਂ ਸੀ, ਇਹਨਾਂ ਨੂੰ ਕੁਛ ਨਹੀਂ ਸੀ ਪਤਾ ਹੈਗਾ ਵੀ ਹੈਗਾ ਕੋਈ ਕਿ ਨਹੀਂ ਹੈਗਾ, ਕੁਛ ਨਹੀਂ। 22 ਦਿਨ ਬਾਅਦ ਫਿਰ ਉਹ ਭਾਈ ਦਾ ਵੱਡਾ ਬੇਟਾ ਆਇਆ ਸਾਨੂੰ ਲੈਣ ਲਈ, ਫਿਰ ਉਹ ਸਾਨੂੰ ਲੈ ਕੇ ਫਿਰ ਗਿਆ, ਉਹਨੇ ਫਿਰ ਸਾਨੂੰ ਉੱਥੇ ਛੱਡਿਆ, ਆ ਚੰਡੀਗੜ੍ਹ ਲੈ ਕੇ ਗਿਆ। ਚੰਡੀਗੜ੍ਹ ਤੋਂ ਮੈਂ ਤੇ ਮੇਰੇ ਬੇਟੇ ਨੂੰ ਬੱਸ ਤੇ ਬਿਠਾਇਆ, ਫਿਰ ਅਸੀਂ ਯੂਪੀ ਗਏ। ਫਿਰ ਪਰਿਵਾਰ ਦੇ ਵਿੱਚ ਜਦੋਂ ਸਾਰੇ ਇਕੱਠੇ ਹੋਏ ਹੋ, ਪਤਾ ਲੱਗਿਆ, ਫਿਰ ਉਸ ਤੋਂ ਬਾਅਦ ਗੱਲਬਾਤ ਕੀ ਹੋਈ, ਕੀ ਰਿਐਕਸ਼ਨ ਸੀਗਾ ਪਰਿਵਾਰ ਦਾ?
ਜਾਂ ਮਾਂ ਜੀ ਨੂੰ ਮਿਲੇ ਹੋਣਗੇ ਜਦੋਂ ਉਹਨਾਂ ਨੂੰ ਦੱਸਿਆ ਹੋਣਾ ਹੈ ਕਿ ਉਹ ਨਹੀਂ ਰਹੇ ਭਾਈ ਸਾਹਿਬ? ਹਾਂਜੀ, ਉਹਨਾਂ ਦਾ ਇਹ 'ਚ ਕਹਿੰਦੇ ਕੋਈ ਗੱਲ ਨਹੀਂ, ਕੁਰਬਾਨੀਆਂ ਦਿੰਦੇ ਆਏ ਸਾਰੇ, ਅੱਗੇ ਤੋਂ ਵੀ ਦਿੰਦੇ, ਪਹਿਲਾਂ ਵੀ ਦਿੰਦੇ ਆਏ ਸਾਡੇ